Hello, dear aspirants. I welcome you all in this beautiful platform of Burma Academy. So, as you all know, ਆਪਾਂ vocabulary ਹੈ ਜਿਹੜੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਪਿੱਛੇ ਪੰਜ ਕਲਾਸਾਂ ਦਾ ਜਿਹੜੀਆਂ ਅਟੈਂਪਟ ਕਰ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਆਪਾਂ ਡਿਸਕਸ ਕੀਤੇ ਸੀ ਕੁਝ synonym antonyms one word substitution idiom and phrases ਅੱਜ ਦੀ ਜਿਹੜੀ ਕਲਾਸ ਹੋਏਗੀ ਤੁਹਾਡੀ ਅਗੇਨ ਆਪਾਂ vocab ਹੈ ਜਿਹੜੀ ਡਿਸਕਸ ਕਰਾਂਗੇ 6th ਕਲਾਸ ਹੈ ਜੀ ਤੁਹਾਡੀ vocabulary ਜਿਹਦੇ ਵਿੱਚ ਆਪਾਂ synonym antonym one word substitution and idiom phrases ਦੇਖਾਂਗੇ then we have to practice some questions so that ਤੁਹਾਡਾ ਜਿਹੜਾ ਕਨਸੈਪਟ ਜਿੰਨੇ ਵੀ ਆਪਾਂ ਜਿਹੜੇ ਵਰਡ ਹੈ ਕਿ ਡਿਸਕਸ ਕਰਾਂਗੇ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਯਾਦ ਹੋਏ ਜਾਂ ਨਹੀਂ ਤਾਂ ਆਪਾਂ ਲਾਸਟ ਤੇ ਜਿਹੜੇ ਪ੍ਰੈਕਟਿਸ ਕੁਐਸਚਨ ਹੈ ਜਿਹੜੇ ਉਹ ਸੋਲਵ ਕਰਕੇ ਦੇਖਨੇ ਆ ਹਾਂਜੀ ਤਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਵਿੱਚ ਸਿਨੋਨਿਮ ਐਂਟੀਨਮਸ ਸਮਾਨਾਰਥੀ ਤੇ ਵਿਰੋਧੀ ਸ਼ਬਦਾਂ ਦੇ ਨਾਲ ਹਾਂਜੀ the first word that you can see on the screen ਫਰਸਟ ਵਰਡ ਹੈ ਜੀ ਤੁਹਾਡਾ ਐਡਮੋਨਿਸ਼ ਐਡਮੋਨਿਸ਼ ਦਾ ਮੀਨਿੰਗ ਹੁੰਦਾ ਜਿਹੜਾ ਝਿੜਕਣਾ ਜਾਂ ਫਟਕਾਰਨਾ ਕਿਸੇ ਨੂੰ ਕੁਝ ਕਰਨ ਤੋਂ ਰੋਕਣਾ ਤਾਂ ਆਪਾਂ ਸਿੰਪਲੀ ਕਹਿੰਦੇ ਨਾ ਬੱਚਿਆਂ ਨੂੰ ਝਿੜਕਿਆ ਜਾਂਦਾ ਤਾਂ ਉਹ ਵਾਲੀ ਚੀਜ਼ ਐਡਮੋਨਿਸ਼ ਮੀਨਿੰਗ ਹੈ ਜੀ ਝਿੜਕਣਾ ਸਿਨੋਨਿਮ ਹੈ ਤੁਹਾਡੇ ਕੋਲ ਵਰਡ ਚਾਈਲਡ ਸੈਂਸ਼ਰ ਰੈਪਰੀਮੈਂਡ ਚਾਈਲਡ ਸੈਂਸ਼ਰ ਐਂਡ ਰੈਪਰੀਮੈਂਡ ਐਂਟੀਨਮਸ ਦੇ ਵਿੱਚ ਜਿਹੜੇ ਵਰਡ ਤੁਸੀਂ ਦੇਖ ਸਕਦੇ ਹੋ that is praise applaud and compliment praise applaud and compliment ਹਾਂਜੀ ਤਾਂ ਵਰਡ ਹੈ admonish ਤਾਂ ਮੀਨਿੰਗ ਹੈ ਜਿਹੜਾ ਝਿੜਕਣਾ ਸਿਨੋਨਿਮ ਨੇ ਤੁਹਾਡੇ ਕੋਲੇ ਚਾਈਲਡ ਸੈਂਸ਼ਰ ਰੈਪਰੀਮੈਂਡ ਇਹ ਸਾਰੇ ਕੀ ਨੇ ਸਮਾਨਾਰਥੀ ਨੇ ਸਾਰਿਆਂ ਦਾ ਮੀਨਿੰਗ ਕੀ ਹੈ ਤੁਹਾਡੇ ਕੋਲੇ ਝਿੜਕਣਾ ਹੀ ਹੈ ਜਾਂ ਫਟਕਾਰਨਾ ਹੈ ਐਂਟੀਨਮਸ ਦੇ ਵਿੱਚ ਆ ਜਾਏਗਾ ਜਦੋਂ ਤੁਸੀਂ ਕਿਸੇ ਦੀ ਕਹਿ ਰਹੇ ਹੋ ਪ੍ਰਸ਼ੰਸਾ ਕਰ ਰਹੇ ਹੋ ਝਿੜਕਿਆ ਕਦੋਂ ਜਾਂਦਾ ਜਦੋਂ ਕੋਈ ਖਰਾਬ ਕੰਮ ਕਰ ਰਿਹਾ ਪ੍ਰਸ਼ੰਸਾ ਕਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਨੇ ਕੁਝ ਚੰਗਾ ਕੰਮ ਕੀਤਾ ਸੋ ਆਪਣੇ ਕੋਲ ਐਂਟੀਨਮਸ ਦੇ ਵਿੱਚ ਵਰਡ ਆ ਜਾਣਗੇ ਜਿਵੇਂ ਪ੍ਰੇਜ਼ ਅਪਲਾਉਡ ਐਂਡ ਕੰਪਲੀਮੈਂਟ ਦੇਣਾ ਕਿਸੇ ਨੂੰ ਅਗੇਨ ਕੋਈ ਚੰਗੀ ਚੀਜ਼ ਹੈ ਜਿਹੜੀ ਕਿਸੇ ਬਾਰੇ ਕਹਿਣੀ ਨੈਕਸਟ ਹੈ ਜੀ ਤੁਹਾਡੇ ਕੋਲੇ ਸੈਕੰਡ ਨੰਬਰ ਵਰਡ that is allure allure ਦਾ ਮੀਨਿੰਗ ਹੁੰਦਾ ਜੀ ਆਕਰਸ਼ਿਤ ਕਰਨਾ ਜਾਂ ਕੋਈ ਚੀਜ਼ ਜਿਹੜੀ ਤੁਹਾਨੂੰ ਅਟਰੈਕਟ ਕਰਦੀ ਹੈ ਤੁਸੀਂ ਯੂਜ਼ ਕਰ ਸਕਦੇ ਹੋ ਵਰਡ allure ਦਾ allure ਮੀਨਿੰਗ ਹੈ ਆਕਰਸ਼ਿਤ ਕਰਨਾ ਫਿਰ ਇਹਨੇ ਨੇ ਆਪਣੇ ਕੋਲੇ ਵਰਡ tempt attract and appeal tempt attract and appeal ਇਹਨਾਂ ਸਾਰਿਆਂ ਦਾ ਮੀਨਿੰਗ ਹੈ ਆਕਰਸ਼ਿਤ ਕਰਨਾ ਕਿਸੇ ਚੀਜ਼ ਵੱਲ ਅਟਰੈਕਟ ਹੋਣਾ ਨੈਕਸਟ ਤੁਹਾਡੇ ਕੋਲ ਐਂਟੀਨਮਸ ਤਾਂ ਐਂਟੀਨਮਸ ਦੇ ਵਿੱਚ ਕੀ ਆ ਜਾਊਗਾ ਜਿਹੜੀ ਚੀਜ਼ ਤੁਹਾਨੂੰ ਦੂਰ ਤੱਕਦੀ ਹੈ that is repulse ਕਰਦੀ ਹੈ ਹਾਂਜੀ ਤਾਂ ਰਿਪੈਲ ਕਰਦੀ ਹੈ ਆਪਣੇ ਕੋਲ ਕੀ ਆ ਜਾਣਗੇ ਐਂਟੀਨਮਸ ਦੇ ਵਿੱਚ ਵਰਡ ਰਿਪਲਸ ਐਂਡ ਡਿਸਗਸਟ ਜਿਹੜੀ ਚੀਜ਼ ਵਧੀਆ ਨਹੀਂ ਲੱਗਦੀ ਆਪਾਂ ਡਿਸਗਸਟ ਕਹਿ ਦਿੰਦੇ ਹਾਂ ਰਿਪਲਸਿਵ ਕਹਿ ਦਿੰਦੇ ਹਾਂ ਤਾਂ ਰਿਪਲਸ ਐਂਡ ਡਿਸਗਸਟ ਕੀ ਹੈ ਤੁਹਾਡੇ ਕੋਲ ਐਂਟੀਨਮਸ ਨੇ ਵਰਡ ਅਲਿਓਟਿਕ ਆਪਾਂ ਦੋ ਵਰਡ ਡਿਸਕਸ ਕੀਤੇ ਆ ਵਨ ਇਜ਼ ਐਡਮੋਨਿਸ਼ ਤੇ ਸੈਕੰਡ ਇਜ਼ ਅਲਿਓਰ ਤਾਂ ਆਪਾਂ ਬੇਸਿਕਲੀ ਵਰਡ ਯੂਜ਼ ਕਰ ਲੈਣੇ ਆ ਡੈਮਿਟ ਤਾਂ ਡੈਮਨ ਵਰਡ ਯੂਜ਼ ਕੀਤਾ ਜਾਂਦਾ ਤਾਂ ਆਪਾਂ ਕਹਿ ਦਿੰਦੇ ਕੋਈ ਚੀਜ਼ ਖਰਾਬ ਕੋਈ ਪਰਸਨ ਖਰਾਬ ਜਾਂ ਕੁਝ ਕਰ ਰਿਹਾ ਤਾਂ ਡੈਮਿਟ ਤਾਂ ਉਹ ਵਾਲੀ ਚੀਜ਼ ਵਾਸਤੇ ਤੁਸੀਂ ਯਾਦ ਕਰ ਸਕਦੇ ਹੋ ਵਰਡ ਐਡਮੋਨਿਸ਼ ਦਾ ਤਾਂ ਆਪਣੇ ਕੋਲ ਦਿਮਾਗ ਤੋਂ ਬਣਾ ਲਿਓ ਤੁਸੀਂ ਡੈਮਿਟ ਤਾਂ ਕੀ ਆਪਣਾ ਕਿਸੇ ਚੀਜ਼ ਨੂੰ ਕਿਸੇ ਪਰਸਨ ਨੂੰ ਜਾਂ ਕਿਸੇ ਨੂੰ ਝਿੜਕਣਾ ਤਾਂ ਚਾਈਲਡ ਸੈਂਸ਼ਰ ਰੈਪਰੀਮੈਂਡ ਪ੍ਰੇਜ਼ ਅਪਲਾਉਡ ਕੰਪਲੀਮੈਂਟ ਜਿਹੜਾ ਆਪਾਂ ਵਰਡ ਆਪਣੇ ਇੱਥੇ ਡਿਸਕਸ ਕੀਤੇ ਨੈਕਸਟ ਵਰਡ ਆਪਾਂ ਅਲਿਓਰ ਕਿਹਾ ਤਾਂ ਅਲਿਓਰ ਤੁਸੀਂ ਯਾਦ ਕਰ ਸਕਦੇ ਹੋ ਜਦੋਂ ਆਪਣੇ ਕੋਲ ਕਈ ਵਾਰ ਕਹਿੰਦੇ ਹੁੰਦੇ ਵੀ ਐਨ ਤੋਂ ਬੜੀ ਲੋਰ ਚੜੀ ਹੋਈ ਹੈ ਤਾਂ ਉਹ ਲੋਰ ਚੜ੍ਹਨੀ ਮਤਲਬ ਕੋਈ ਪਰਸਨ ਜਿਹੜਾ ਪੂਰਾ ਕਹਿ ਸਕਦੇ ਆਪਾਂ ਮਜ਼ੇ ਦੇ ਵਿੱਚ ਤੁਰਿਆ ਫਿਰਦਾ ਸੋ ਸਾਰੇ ਕੀ ਆਦਤ ਵੀ ਆਕਰਸ਼ਿਤ ਹੁੰਦੇ ਆ ਅਟਰੈਕਟ ਹੁੰਦੇ ਆ ਟੈਂਪਟ ਅਟਰੈਕਟ ਐਂਡ ਅਪੀਲ ਆਪਾਂ ਵਰਡ ਡਿਸਕਸ ਕੀਤੇ ਸਿਨੋਨਿਮ ਦੇ ਲਈ ਰਿਪਲਸ ਐਂਡ ਡਿਸਗਸਟ ਹੈ ਜਿਹੜੇ ਦੇ ਐਂਟੀਨਮ ਵਰਡਸ ਨੇ ਹਾਂਜੀ ਤਾਂ ਨੈਕਸਟ ਵਰਡ ਤੁਹਾਡੇ ਕੋਲੇ that we have to discuss is amend amend ਵਰਡ ਦਾ ਮੀਨਿੰਗ ਹੁੰਦਾ ਤੁਸੀਂ amendment ਵਰਡ ਹੈ ਜਿਹੜਾ ਬਹੁਤ ਵਾਰ ਸੁਣਿਆ ਹੋਣਾ ਤਾਂ amendment ਹੋਣਾ ਕਿਸੇ ਚੀਜ਼ ਦੇ ਵਿੱਚ ਸੋਧ ਹੋਣਾ ਸੋ amend ਵਰਡ ਹੈ ਜਿਹੜਾ ਤੁਹਾਡਾ ਇਹਦਾ ਮੀਨਿੰਗ ਕੀ ਹੈ ਸੋਧ ਕਰਨਾ ਕਿਸੇ ਚੀਜ਼ ਦੇ ਵਿੱਚ ਕੋਈ ਨਾ ਕੋਈ ਚੇਂਜ ਕਰਨਾ ਰੈਕਟੀਫਾਈ ਕਰਨਾ ਕਿਸੇ ਚੀਜ਼ ਨੂੰ ਅਲਟਰ ਕਰਨਾ ਸੋ ਸਿਨੋਨਿਮ ਦੇ ਵਿੱਚ ਆਪਾਂ ਡਿਸਕਸ ਕੀਤੇ ਆ ਅਲਟਰ ਚੇਂਜ ਰੈਕਟੀਫਾਈ ਮਤਲਬ ਕੀ ਹੈ ਕੋਈ ਚੀਜ਼ ਸੁਧਾਰਨੀ ਨੈਕਸਟ ਆਪਣੇ ਕੋਲੇ ਐਂਟੀਨਮ ਦੇ ਵਿੱਚ ਆ ਜਾਏਗਾ ਕਿਸੇ ਚੀਜ਼ ਨੂੰ ਵਿਗਾੜਿਆ ਜਾ ਰਿਹਾ ਸੋਧ ਕਰਨਾ ਮਤਲਬ ਕੋਈ ਚੀਜ਼ ਸੁਧਾਰੀ ਜਾ ਰਹੀ ਹੈ ਕਿਸੇ ਚੀਜ਼ ਨੂੰ ਖਰਾਬ ਕਰਾਂਗੇ ਤਾਂ ਆਪਾਂ ਕੀ ਕਰ ਲਾਂਗੇ ਵਰਡ ਯੂਜ਼ ਕਰ ਲਾਂਗੇ that is antonym worsen ਤਾਂ worsen ਕੀਤਾ ਜਾ ਰਿਹਾ ਖਰਾਬ ਕੀਤਾ ਜਾ ਰਿਹਾ ਤਾਂ ਤੁਸੀਂ ਯੂਜ਼ ਕਰੋਗੇ worsen ਦਾ amend ਦਾ ਮੀਨਿੰਗ ਹੈ ਸੋਧ ਕਰਨਾ alter change rectify ਤੁਹਾਡੇ ਕੋਲ synonym ਨੇ worsen ਕੀ ਹੈ ਤੁਹਾਡਾ antonym word ਹੈ ਨੈਕਸਟ ਹੈ ਜੀ word that is appalling appalling ਦਾ ਮੀਨਿੰਗ ਹੈ ਜੀ ਡਰਾਉਣਾ ਕੋਈ ਚੀਜ਼ ਜਿਹੜੀ ਭਿਆਨਕ ਚ ਹੋਵੇ horrifying ਹੋਵੇ ਤਾਂ ਤੁਸੀਂ ਯੂਜ਼ ਕਰੋਗੇ word appalling ਦਾ ਤਾਂ ਆਪਣੇ ਕੋਲੇ ਕੀ ਆ ਜਾਏਗਾ synonym ਦੇ ਵਿੱਚ ਆ ਜਾਏਗਾ word terrifying ਮਤਲਬ ਡਰਾਉਣਾ terrify ਕਰ ਰਿਹਾ ਡਰਾ ਰਿਹਾ ਸ਼ੌਕਿੰਗ ਕਿਸੇ ਚੀਜ਼ ਨੂੰ ਦੇਖ ਕੇ ਹੁਣ ਜਦੋਂ ਤੁਹਾਨੂੰ ਕੋਈ ਸ਼ੌਕ ਲੱਗਦਾ ਤੁਸੀਂ ਇੱਕਦਮ ਕੀ ਹੋ ਜਾਂਦੇ ਹੋ ਡਰ ਜਾਂਦੇ ਹੋ ਤੁਹਾਡੀ ਧੜਕਣ ਆਵਾਜ਼ ਜਾਂਦੀ ਉਹੀ ਚੀਜ਼ ਸੇ ਡਰ ਜਾਂਦੇ ਤੁਸੀਂ ਸ਼ੌਕਿੰਗ ਵਰਡ ਜਿਹੜਾ ਇਹਦੇ ਵਿੱਚ ਆ ਜਾਏਗਾ horrifying ਤੁਸੀਂ ਕਹਿ ਸਕਦੇ ਹੋ ਹਾਂਜੀ ਤਾਂ appalling ਦਾ ਮੀਨਿੰਗ ਹੈ terrifying shocking that is ਡਰਾਉਣਾ opposite ਦੇ ਵਿੱਚ ਕੀ ਆ ਜਾਏਗਾ ਕੋਈ ਚੀਜ਼ ਜਿਹੜੀ ਤੁਹਾਨੂੰ ਖੁਸ਼ੀ ਦੇ ਰਹੀ ਹੈ ਜਾਂ ਤੁਸੀਂ ਸਿੰਪਲ ਕਹਿ ਸਕਦੇ ਹੋ ਸਰਪ੍ਰਾਈਜ਼ ਹੋ ਰਿਹਾ ਹੈ ਨਾ ਤਾਂ ਉਹ ਵਾਲੀ ਚੀਜ਼ ਕੀ ਆ ਜਾਂਦੀ ਹੈ ਤੁਹਾਡੀ ਐਂਟੀਨਮ ਦੇ ਵਿੱਚ ਆ ਜਾਏਗੀ delighted assure delighted and assure ਕੀ ਨੇ appalling ਦੇ opposite words ਨੇ ਹਾਂਜੀ the next word that we have to discuss is appropriate
ਐਪਰੋਪ੍ਰੀਏਟ ਦਾ ਮੀਨਿੰਗ ਹੁੰਦਾ ਕੋਈ ਚੀਜ਼ ਜਿਹੜੀ ਬਿਲਕੁਲ ਸਹੀ ਹੋਵੇ, ਉਚਿਤ ਹੋਵੇ, ਉਪਯੁਕਤ ਵਰਡ ਆ ਜਿਹੜਾ ਆਪਾਂ ਇਹਦੇ ਵਾਸਤੇ ਪੰਜਾਬੀ ਦੇ ਵਿੱਚ ਯੂਜ਼ ਕਰ ਲੈਂਦੇ ਹਾਂ। ਸੋ ਐਪਰੋਪ੍ਰੀਏਟ ਸਿਨੋਨਿਮ ਦੇ ਵਿੱਚ ਤੁਹਾਡੇ ਕੋਲ ਵਰਡ ਹੈ ਕੰਪੀਟੈਂਟ, ਕਿਸੇ ਚੀਜ਼ ਦੇ ਅਨੁਕੂਲ ਹੋਣਾ, ਉਪਯੁਕਤ ਹੋਣਾ। ਸੁਟੇਬਲ ਤਾਂ ਆਪਾਂ ਸੁਟੇਬਲ ਵਰਡ ਹੈ ਜਿਹੜਾ ਬਹੁਤ ਵਾਰ ਯੂਜ਼ ਕਰਦੇ ਹਾਂ। ਕੰਪੀਟੈਂਟ ਵਰਡ ਹੈ ਜਿਹੜਾ ਤੁਹਾਡੇ ਲਈ ਨਿਊ ਹੋਏਗਾ। ਐਪਰੋਪ੍ਰੀਏਟ ਐਂਡ ਸੁਟੇਬਲ ਜਿਹੜੇ ਆਪਾਂ ਬੇਸਿਕਲੀ ਆਪਣੀ ਜਿਹੜੀ ਇੰਗਲਿਸ਼ ਜਦੋਂ ਵੀ ਆਪਾਂ ਬੋਲਦੇ ਹਾਂ ਤਾਂ ਇਹਨਾਂ ਦਾ ਯੂਜ਼ ਹੁੰਦਾ ਹੈ। ਕੰਪੀਟੈਂਟ ਵਰਡ ਹੈ ਜਿਹੜਾ ਆਪਣੇ ਕੋਲ ਨਿਊ ਹੈ ਤਾਂ ਇਹਦਾ ਮੀਨਿੰਗ ਤੁਸੀਂ ਯਾਦ ਰੱਖਣਾ, ਇਹਦਾ ਮੀਨਿੰਗ ਵੀ ਕੀ ਹੈ ਤੁਹਾਡੇ ਉਚਿਤ ਹੈ, ਉਪਯੁਕਤ ਹੈ। ਨੈਕਸਟ ਆਪਾਂ ਦੇਖਾਂਗੇ ਕੁਝ ਐਂਟੀਨਮਸ। ਐਪਰੋਪ੍ਰੀਏਟ ਉਚਿਤ ਹੈ, ਅਨੁਚਿਤ ਦੇ ਲਈ ਯੂਜ਼ ਕੀਤੇ ਜਾਣ ਵਾਲੇ ਵਰਡ ਜਿਵੇਂ ਤੁਹਾਡਾ ਅਨਸੂਟੇਬਲ ਹੈ, ਇਰਰੈਲੀਵੈਂਟ, ਇੰਪ੍ਰੋਪਰ, ਇਹ ਕਿਨੇ ਤੁਹਾਡੇ ਐਂਟੀਨਮ ਦੇ ਵਰਡ ਐਪਰੋਪ੍ਰੀਏਟ ਦੇ। ਨੈਕਸਟ ਹੈ ਜੀ ਵਰਡ ਆਪਣੇ ਕੋਲੇ ਅਸੈਂਬਲ। ਅਸੈਂਬਲ ਕਰਨਾ, ਹੁਣ ਅਸੈਂਬਲ ਤੋਂ ਬਣਾ ਲਓ ਤੁਸੀਂ ਅਸੈਂਬਲੀ। ਹੁਣ ਅਸੈਂਬਲੀ ਕੀ ਹੁੰਦੀ ਹੈ, ਜਦੋਂ ਸਵੇਰੇ ਸਵੇਰੇ ਆਪਾਂ ਕਹਿੰਦੇ ਨੇ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਹਾਂ ਤਾਂ ਕੀ ਹੁੰਦੀ ਹੈ, ਅਸੈਂਬਲੀ ਹੁੰਦੀ ਹੈ। ਅਸੈਂਬਲੀ ਦੇ ਵਿੱਚ ਕੀ ਕੀਤਾ ਜਾਂਦਾ, ਸਾਰੇ ਬੱਚੇ ਇਕੱਠੇ ਹੋ ਜਾਂਦੇ ਆ ਤਾਂ ਪ੍ਰੇਅਰ ਵਗੈਰਾ ਹੁੰਦੀ ਹੈ। ਸੋ ਅਸੈਂਬਲ ਤੋਂ ਯਾਦ ਰੱਖਣਾ ਇਕੱਠਾ ਹੋਣਾ। ਅਸੈਂਬਲ ਦਾ ਮਤਲਬ ਕੀ ਹੁੰਦਾ ਹੈ, ਇਕੱਤਰ ਹੋਣਾ, ਇਕੱਠਾ ਕਰਨਾ। ਸੋ ਆਪਣੇ ਕੋਲ ਸੈਨੋਨਿਮ ਦੇ ਵਿੱਚ ਵਰਡ ਆ ਜਾਏਗਾ ਅਮਾਸ ਐਂਡ ਗੈਦਰ। ਅਮਾਸ ਮਤਲਬ ਇਕੱਠਾ ਕਰਨਾ, ਗੈਦਰ ਦਾ ਮਤਲਬ ਕੀ ਹੁੰਦਾ ਆਪਣੇ ਕੋਲ ਅਗੇਨ ਇਕੱਠਾ ਕਰਨਾ। ਨੈਕਸਟ ਆਪਣੇ ਕੋਲ ਐਂਟੀਨਮ ਤੇ ਐਂਟੀਨਮ ਦਾ ਮਤਲਬ ਕੀ ਆ ਜਾਏਗਾ, ਹੁਣ ਇਕੱਠਾ ਕਰਨਾ ਦਾ ਆਪੋਜ਼ਿਟ ਕੀ ਹੁੰਦਾ ਹੈ, ਕਿਸੇ ਚੀਜ਼ ਨੂੰ ਖਿੰਡਾਉਣਾ। ਸੋ ਆਪਾਂ ਕਹਿ ਸਕਦੇ ਹਾਂ ਇੱਧਰ ਉੱਧਰ ਕਰਨਾ। ਸੋ ਡਿਸਪਰਸ ਐਂਡ ਸਕੈਟਰ ਕੀ ਆਪਣੇ ਕੋਲੇ ਐਂਟੀਨਮ ਵਰਡ ਨੇ, ਡਿਸਪਰਸ ਐਂਡ ਸਕੈਟਰ। ਆਪਾਂ 6 ਡਿਸਕਸ ਕੀਤੇ ਆ ਸਿਨੋਨਿਮ ਐਂਟੀਨਮ, ਇੱਕ ਵਾਰ ਇਹਨਾਂ ਨੂੰ ਰਿਵੀਜ਼ਨ ਲਵਾਂਗੇ। ਹਾਂਜੀ, ਫਰਸਟ ਵਰਡ ਹੈ ਐਡਮੋਨਿਸ਼। ਐਡਮੋਨਿਸ਼ ਦਾ ਮਤਲਬ ਕੀ ਹੈ, ਝਿੜਕਣਾ। ਡੈਮਨ ਤੋਂ ਯਾਦ ਰੱਖ ਲੈਣਾ, ਜਿਹੜਾ ਕੋਈ ਪਰਸਨ ਖਰਾਬ ਦਾ ਕੰਮ ਕਰ ਰਿਹਾ ਤਾਂ ਉਹਨੂੰ ਡੈਮਨ, ਤਾਂ ਉਹ ਵਾਲੀ ਚੀਜ਼ ਤੋਂ ਯਾਦ ਰੱਖਣਾ। ਮੀਨਿੰਗ ਕੀ ਹੈ, ਝਿੜਕਣਾ। ਚਾਈਲਡ ਸੈਂਸ਼ਰ, ਰੈਪਰੀਮੈਂਡ, ਪ੍ਰੇਜ਼, ਅਪਲੌਡ, ਕੰਪਲੀਮੈਂਟ। ਅੱਗੇ ਆਪਾਂ ਵਰਡ ਯੂਜ਼ ਕੀਤਾ ਅਲਿਓਰ। ਅਲਿਓਰ ਦਾ ਮੀਨਿੰਗ ਹੁੰਦਾ ਹੈ ਆਕਰਸ਼ਿਤ ਕਰਨਾ, ਟੈਂਪਟ, ਅਟਰੈਕਟ, ਅਪੀਲ, ਰਿਪਲਸ ਐਂਡ ਡਿਸਗਸਟ। ਨੈਕਸਟ word that we have discussed is amend। amend ਦਾ ਮਤਲਬ ਹੁੰਦਾ ਕਿਸੇ ਚੀਜ਼ ਦੇ ਵਿੱਚ ਸੋਧ ਕਰਨਾ। alter, change, rectify and worsen ਆਪਣੇ ਕੋਲ ਐਂਟੀਨਮ ਵਰਡ ਹੈ। calling ਦਾ ਮਤਲਬ ਹੁੰਦਾ ਡਰਾਉਣਾ, terrifying, shocking। synonym ਦੇ ਵਿੱਚ ਹੈ ਐਂਟੀਨਮ ਆਪਣੇ ਕੋਲ ਵਰਡ ਹੈ delighted and assure। next word is appropriate। appropriate ਦਾ ਮਤਲਬ ਹੁੰਦਾ ਕੋਈ ਚੀਜ਼ ਉਚਿਤ ਹੈ। competent and suitable ਆਪਣੇ ਕੋਲ synonym ਨੇ। unsuitable, irrelevant or improper ਕੀ ਨੇ ਤੁਹਾਡੇ ਕੋਲ ਐਂਟੀਨਮਸ ਵਰਡ ਨੇ। assemble ਦਾ ਮਤਲਬ ਕੀ ਹੁੰਦਾ ਇਕੱਠਾ ਕਰਨਾ, ਗੈਦਰ ਕਰਨਾ। Mass and gather are synonyms of word assemble and disperse ਤੇ scatter ਕੀ ਨੇ antonyms ਨੇ word assemble ਦੇ। ਹਾਂਜੀ, the next that we have to discuss is one word substitution। ਇੱਕ ਅਨੇਕ ਸ਼ਬਦਾਂ ਦੀ ਥਾਂ ਤੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਕ ਸ਼ਬਦ। ਹਾਂਜੀ, the first ਜਿਹੜਾ ਤੁਸੀਂ phrase ਦੇਖ ਸਕਦੇ ਹੋ ਉਹ partial or total loss of memory। ਕਈ ਵਾਰ ਹੁੰਦਾ ਨਾ ਕਿਸੇ ਦੇ, ਜਿਵੇਂ ਆਪਾਂ ਕਹਿ ਸਕਦੇ ਹਾਂ ਸਿਰ ਵਗੈਰਾ ਦੇ ਵਿੱਚ ਸੱਟ ਲੱਗ ਜਾਂਦੀ ਹੈ ਤਾਂ ਉਹਦੀ ਕੀ ਹੁੰਦੀ ਹੈ, ਕੁਛ ਮੈਮਰੀ ਹੈ ਜਿਹੜੀ ਉਹ loss ਕਰ ਦਿੰਦੇ, ਕੁਛ ਮੈਮਰੀ ਹੈ ਜਿਹੜੀ ਉਹਦੀ ਉੱਡ ਜਾਂਦੀ ਹੈ, ਉਹਨੂੰ ਜਬਤ ਨਹੀਂ ਰਹਿੰਦਾ ਕਿਸੇ। ਤਾਂ ਉੱਥੇ ਤੁਸੀਂ ਕਹਿ ਸਕਦੇ ਹੋ ਵੀ ਪਾਰਸ਼ੀਅਲ, ਜਾਂ ਫਿਰ ਕਈ ਵਾਰ ਕੀ ਹੁੰਦਾ ਕੋਈ ਪਰਸਨ ਪੂਰਾ ਦਾ ਪੂਰਾ ਸਾਰਾ ਕੁਝ ਭੁੱਲ ਜਾਂਦਾ ਜਦੋਂ ਵੀ ਕੋਈ ਸੀਰੀਅਸ ਇੰਜਰੀ ਹੋ ਜਾਏ ਤਾਂ ਬ੍ਰੇਨ ਦੇ ਨਾਲ ਰਿਲੇਟਡ ਜਦੋਂ ਕੋਈ ਇੰਜਰੀ ਹੋ ਜਾਏ ਤਾਂ ਕੀ ਹੁੰਦਾ, ਜ਼ਿਆਦਾ ਉਹਦੀ ਪਾਰਸ਼ੀਅਲ ਮੈਮਰੀ ਜਾਂ ਫਿਰ ਟੋਟਲ ਮੈਮਰੀ ਦਾ ਲਾਸ ਹੋ ਜਾਂਦਾ ਹੈ। ਤੇ ਤੁਸੀਂ ਉਸ ਵਾਸਤੇ ਕੀ ਚੀਜ਼ ਯੂਜ਼ ਕਰੋਗੇ, ਵਰਡ ਐਮਨੀਸ਼ੀਆ। ਕੀ ਯੂਜ਼ ਕੀਤਾ ਜਾਂਦਾ ਜੀ, ਐਮਨੀਸ਼ੀਆ। ਤਾਂ ਕੋਈ ਚੀਜ਼ ਯਾਦ ਨਹੀਂ ਰਹਿੰਦੀ ਤਾਂ ਸਿੰਪਲ ਕਹਿੰਦਾ ਥੋੜਾ ਮੋਟਾ ਤਾਂ ਐਮਨੀਸ਼ੀਆ ਆਪਾਂ ਨੂੰ ਸਾਰਿਆਂ ਨੂੰ ਹੁੰਦਾ, ਪਰ ਜਦੋਂ ਜਿਵੇਂ ਆਪਾਂ ਕਹਿ ਲੈਂਦੇ ਹਾਂ ਵੀ ਕੁਝ ਯਾਦ ਕਰਦੇ ਹਾਂ ਪਤਾ ਨਹੀਂ ਕੀ ਹੋ ਜਾਂਦਾ, ਭੁੱਲ ਜਾਂਦੇ, ਉਹ ਵਾਲੀ ਸੀ ਥੋੜਾ ਮੋਟਾ ਐਮਨੀਸ਼ੀਆ ਤਾਂ ਹਰ ਇੱਕ ਨੂੰ ਹੁੰਦਾ। ਬਟ ਜਦੋਂ ਕੋਈ ਪਰਸਨ ਪਾਰਸ਼ਲ ਕਿਸੇ ਆਪਣੀ ਲਾਈਫ ਦਾ ਅੱਧਾ ਪਾਰਟ ਭੁੱਲ ਜੇ, ਜਾਂ ਪੂਰੇ ਤੇ ਪੂਰੀ ਲਾਈਫ ਹੈ ਜਿਹੜੀ ਜਿਵੇਂ ਉਹਨੇ ਪਿੱਛੇ ਕੀਤਾ ਜੋ ਕੁਝ ਕੀਤਾ ਉਹ ਸਾਰਾ ਕੁਝ ਭੁੱਲ ਜੇ, ਤਾਂ ਤੁਸੀਂ ਵਰਡ ਯੂਜ਼ ਕਰੋਗੇ ਐਮਨੀਸ਼ੀਆ ਦਾ। ਨੈਕਸਟ ਹੈ ਜੀ ਤੁਹਾਡੇ ਕੋਲ ਸੈਕਿੰਡ ਨੰਬਰ ਫਰੇਜ਼ one who is not sure about God's existence। ਤਾਂ ਇਹ ਵਾਰ ਆਪਾਂ ਪਿੱਛੇ ਡਿਸਕਸ ਕੀਤਾ ਹੋਇਆ ਹੈ। one who is not sure about God's existence ਤਾਂ ਉਹਦਾ ਮੀਨਿੰਗ ਹੈ ਜੀ ਅਗਨੋਸਟਿਕ। ਤਾਂ ਇਹੋ ਜਿਹਾ ਪਰਸਨ ਜਿਹਨੂੰ ਗੋਡ ਦੀ ਐਗਜ਼ਿਸਟੈਂਸ ਦੇ ਉੱਤੇ ਪਤਾ ਹੀ ਨਹੀਂ ਹੈਗਾ ਵੀ ਗੋਡ ਹੈ ਜਾਂ ਨਹੀਂ ਹੈ, ਤਾਂ ਤੁਸੀਂ ਵਰਡ ਯੂਜ਼ ਕਰੋਗੇ ਐਗਨੋਸਟਿਕ ਦਾ। ਇੱਕ ਆਪਾਂ ਵਰਡ ਯੂਜ਼ ਕੀਤਾ ਸੀ ਥੀਸਟ ਐਂਡ ਅਥੀਸਟ। ਥੀਸਟ ਕੌਣ ਹੁੰਦਾ ਹੈ, ਜਿਹਨੂੰ ਗੋਡ ਦੀ ਐਗਜ਼ਿਸਟੈਂਸ ਦੇ ਉੱਤੇ ਵਿਸ਼ਵਾਸ ਹੈ। one who believes in God ਆਪਾਂ ਥੀਸਟ ਵਰਡ ਕਹਿ ਦਿੰਦੇ ਹਾਂ। ਸੈਕਿੰਡ ਸੀ ਆਪਣੇ ਕੋਲੇ ਅਥੀਸਟ। ਥੀਸਟ ਐਂਡ ਅਥੀਸਟ। ਥੀਸਟ ਦਾ ਮਤਲਬ ਹੈ ਗੋਡ ਦੀ ਐਗਜ਼ਿਸਟੈਂਸ ਦੇ ਵਿੱਚ ਵਿਸ਼ਵਾਸ ਹੈ। ਇੱਕ ਆਪਾਂ ਵਰਡ ਦੇਖਿਆ ਸੀ ਅਥੀਸਟ, ਇਹਦਾ ਮੀਨਿੰਗ ਕੀ ਹੁੰਦਾ ਹੈ, ਕਿਸੇ ਨੂੰ ਗੋਡ ਦੀ ਐਗਜ਼ਿਸਟੈਂਸ ਦੇ ਵਿੱਚ ਵਿਸ਼ਵਾਸ ਨਹੀਂ ਹੈ। ਤੇ ਅਗਨੋਸਟਿਕ ਹੈ ਜਿਹੜਾ ਇਹ ਅਲੱਗ ਹੀ ਪਰਸਨ ਹੈ ਜਿਹਨੂੰ ਗੋਡ ਦੀ ਐਗਜ਼ਿਸਟੈਂਸ ਬਾਰੇ ਵਿਸ਼ਵਾਸ ਹੀ ਨਹੀਂ ਹੈਗਾ, ਮਤਲਬ ਪਤਾ ਹੀ ਨਹੀਂ ਵੀ ਰੱਬ ਹੈ ਜਾਂ ਨਹੀਂ, ਤਾਂ ਫਿਰ ਮੰਨਣਾ ਨਾ ਮੰਨਣਾ ਤਾਂ ਉਹਦਾ ਅਲੱਗ ਦੀ ਗੱਲ ਆ ਗਈ। ਤਾਂ ਤੁਸੀਂ ਯੂਜ਼ ਕਰੋਗੇ ਐਗਨੋਸਟਿਕ ਫॉर ਪਰਸਨ one who is not sure about God's existence। ਹਾਂਜੀ, ਨੈਕਸਟ ਆਪਣੇ ਕੋਲ ਫਰੇਜ਼ ਹੈ ਜਿਹੜੀ ਆਪਾਂ ਡਿਸਕਸ ਕਰਨੀ ਹੈ that is fit to drink। ਇਹੋ ਜਿਹਾ ਪਾਣੀ ਜਿਹੜਾ ਤੁਸੀਂ ਪੀ ਸਕਦੇ ਹੋ, ਜਾਂ ਇਹੋ ਜਿਹੀ ਚੀਜ਼ ਜਿਹੜੀ ਕਿ ਆਪਾਂ ਪੀਣ ਦੇ ਯੋਗ ਹੋਵੇ, ਪੀਣ ਯੋਗ ਕਹਿ ਸਕਦੇ ਹੋ ਤੁਸੀਂ। ਤਾਂ ਮੀਨਿੰਗ ਕੀ ਹੈ, ਪੋਰਟੇਬਲ। ਪੋਰਟੇਬਲ ਬੇਸਿਕਲੀ ਦੇਖਿਆ ਜਾਵੇ ਤਾਂ ਆਪਾਂ ਘੜੇ ਵਾਸਤੇ ਵਰਡ ਯੂਜ਼ ਕਰਦੇ ਨਹੀਂ ਪੋਟ, ਤਾਂ ਹੁਣ ਘੜੇ ਦਾ ਪਾਣੀ ਤਾਂ ਪੀਣ ਯੋਗ ਹੀ ਹੁੰਦਾ, ਵਧੀਆ ਹੁੰਦਾ, ਸਾਫ਼ ਹੁੰਦਾ, ਤਾਂ ਤੁਸੀਂ ਯੂਜ਼ ਕਰ ਸਕਦੇ ਹੋ ਵਰਡ ਪੋਰਟੇਬਲ ਦਾ ਫॉर ਸਮਥਿੰਗ that is fit to drink। fit to drink ਲਈ ਤੁਸੀਂ ਯੂਜ਼ ਕਰੋਗੇ
अपना वर्ड whatever। नेक्स्ट फ्रेज है जी अपने कोले अ पर्सन pretending to be somebody he is not। ਤਾਂ ਇਹੋ ਜਿਹਾ ਪਰਸਨ ਜਿਹੜਾ pretend ਕਰਦਾ ਹੈ ਮਤਲਬ ਦਿਖਾਵਾ ਕਰਦਾ ਹੈ ਇਹੋ ਜਿਹਾ ਕੁਝ ਬਣਨ ਦਾ ਜਿਹੜਾ ਉਹ ਅਸਲ ਦੇ ਵਿੱਚ ਨਹੀਂ ਹੈ। ਤਾਂ ਬੇਸਿਕਲੀ ਆਪਾਂ ਜਿਵੇਂ ਕਹਿ ਰਹੇ ਨੇ ਪੰਜਾਬੀ ਦੇ ਵਿੱਚ ਇੱਕ ਵਰਡ ਯੂਜ਼ ਕੀਤੇ ਜਾਂਦੇ ਆ ਉਹਦੇ ਵਾਸਤੇ ਭੇਡ ਦੀ ਖਲ ਦੇ ਵਿੱਚ ਭੇੜੀਆ। ਤਾਂ ਭੇਡ ਦੀ ਖਲ ਦੇ ਵਿੱਚ ਭੇੜੀਆ ਮਤਲਬ ਕਿ ਕੋਈ ਪਰਸਨ ਜਿਹੜਾ ਉੱਪਰੋਂ ਉੱਪਰ ਦਿਖਾ ਰਿਹਾ ਵੀ ਮੈਂ ਬਹੁਤ ਜ਼ਿਆਦਾ ਨਿਮਰ ਹਾਂ, ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਭੋਲਾ ਭਾਲਾ, ਬਟ ਅਸਲ ਦੇ ਵਿੱਚ ਕੀ ਹੁੰਦਾ ਬਹੁਤ ਜ਼ਿਆਦਾ ਚਲਾਕ ਹੁੰਦਾ ਹੈ। ਤਾਂ ਤੁਸੀਂ ਯੂਜ਼ ਕਰਦੇ ਹੋ ਇਹ ਵਾਲਾ ਆਪਣੇ ਕੋਲ ਫਰੇਜ਼ ਉਹ ਪਰਸਨ pretending to be somebody he is not। ਤਾਂ ਆਪਾਂ ਹਾਈਪੋਕਰਾਈਟ ਹੈ ਜਿਹੜਾ ਉਹਨੂੰ ਕਹਿ ਦਿੰਦੇ ਹਾਂ ਹਾਈਪੋਕਰਾਈਟ। ਨੈਕਸਟ ਜਿਹੜਾ ਆਪਾਂ ਡਿਸਕਸ ਕਰਨਾ ਹੈ ਫਰੇਜ਼ that is a person who leaves his country to live in another। ਇਹੋ ਜਿਹਾ ਪਰਸਨ ਜਿਹੜਾ ਆਪਣੀ ਕੰਟਰੀ ਛੱਡ ਕੇ ਕਿਸੇ ਦੂਸਰੀ ਕੰਟਰੀ ਦੇ ਵਿੱਚ ਰਹਿਣ ਜਾਵੜੇ ਤਾਂ ਉਹਨੂੰ ਕੀ ਕਹਿੰਦੇ ਆਪਾਂ ਐਮੀਗ੍ਰੈਂਟ। ਤਾਂ ਤੁਹਾਡੇ ਕੋਲੇ ਦੋ ਵਰਡ ਹੁੰਦੇ ਆ, ਦੋ ਵਰਡ ਨੇ, ਇੱਕ ਇਮੀਗ੍ਰੈਂਟ ਹੁੰਦਾ ਹੈ ਜੀ ਇੱਕ ਐਮੀਗ੍ਰੈਂਟ ਹੁੰਦਾ ਹੈ। ਤੇ ਦੋਵਾਂ ਦੇ ਵਿੱਚ ਡਿਫਰੈਂਸ ਹੈ। ਇਮੀਗ੍ਰੇਸ਼ਨ ਤੇ ਐਮੀਗ੍ਰੇਸ਼ਨ ਦਾ ਤੁਸੀਂ ਸੁਣਿਆ ਹੋਣਾ। ਹੁਣ ਪਿੱਛੇ ਜਦੋਂ ਆਈਲੈਟਸ ਨਾਲ ਰਿਲੇਟਡ ਕਾਫੀ ਚੀਜ਼ਾਂ ਚੱਲੀਆਂ ਜਦੋਂ ਲੋਕ ਕਾਫੀ ਸਟੂਡੈਂਟ ਨੇ ਜਿਹੜੇ ਬਾਹਰ ਦੇ ਵੱਲ ਰੁਖ ਕਰਦੇ ਆ ਤਾਂ ਉੱਥੇ ਆਪਣੇ ਕੋਲੇ ਵਰਡ ਇਮੀਗ੍ਰੇਸ਼ਨ ਤੇ ਐਮੀਗ੍ਰੇਸ਼ਨ ਦੇਖਣ ਨੂੰ ਮਿਲਿਆ। ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ ਤੇ ਕਿਵੇਂ ਤੁਸੀਂ ਦੇਖੋਗੇ ਕਿ ਇਮੀਗ੍ਰੇਸ਼ਨ ਦਾ ਮੀਨਿੰਗ ਕੀ ਹੈ ਤੇ ਐਮੀਗ੍ਰੇਸ਼ਨ ਦਾ ਮੀਨਿੰਗ ਕੀ ਹੈ। ਤੇ ਤੁਸੀਂ ਆਈ ਤੋਂ ਯਾਦ ਰੱਖਣਾ, ਆਈ ਦਾ ਮੀਨਿੰਗ ਹੈ ਇਨ, ਤੇ ਈ ਤੋਂ ਯਾਦ ਰੱਖਣਾ ਈ ਦਾ ਮੀਨਿੰਗ ਹੁੰਦਾ ਐਗਜ਼ਿਟ ਹੋਣਾ। ਐਗਜ਼ਿਟ ਐਂਡ ਇਨ। ਹੁਣ ਇਨ ਦਾ ਮੀਨਿੰਗ ਤਾਂ ਆਪਾਂ ਨੂੰ ਪਤਾ ਹੈ ਅੰਦਰ, ਐਗਜ਼ਿਟ ਦਾ ਮਤਲਬ ਹੁੰਦਾ ਹੈ ਬਾਹਰ। ਹੁਣ ਇਹੋ ਜਿਹਾ ਕੋਈ ਪਰਸਨ ਜਿਹੜਾ ਆਪਣੇ ਕੋਈ ਕਿਸੇ ਹੋਰ ਦੇਸ਼ ਦੇ ਵਿੱਚੋਂ ਆਪਣੇ ਦੇਸ਼ ਦੇ ਵਿੱਚ ਆ ਰਿਹਾ ਤਾਂ ਉਹਦੇ ਵਾਸਤੇ ਆਪਾਂ ਯੂਜ਼ ਕਰਾਂਗੇ ਇਮੀਗ੍ਰੇਸ਼ਨ। ਤਾਂ ਇਮੀਗ੍ਰੇਸ਼ਨ ਦਾ ਮਤਲਬ ਹੈ ਜਦੋਂ ਕਿਸੇ ਹੋਰ ਕੰਟਰੀ ਤੋਂ ਇਸ ਵਾਲੀ ਕੰਟਰੀ ਦੇ ਵਿੱਚ ਜਿਹੜੀ 'ਚ ਆਪਾਂ ਰਹਿ ਰਹੇ ਹਾਂ ਉੱਥੇ ਆਇਆ ਜਾ ਰਿਹਾ ਸੋ ਇਮੀਗ੍ਰੇਸ਼ਨ। ਬਟ ਐਮੀਗ੍ਰੇਸ਼ਨ ਦਾ ਮਤਲਬ ਕੀ ਹੁੰਦਾ ਹੈ ਜਦੋਂ ਤੁਸੀਂ ਕੀ ਕਰ ਰਹੇ ਹੋ ਐਗਜ਼ਿਟ ਕਰ ਰਹੇ ਹੋ। ਜਿਵੇਂ ਆਪਣੇ ਕੋਈ ਇੰਡੀਆ ਦੇ ਵਿੱਚ ਕੋਈ ਇੰਡੀਆ ਦਾ ਵਸਨੀਕ ਹੈ ਤੇ ਇੰਡੀਅਨ ਹੈ ਤੇ ਉਹ ਜਾ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਰਹਿਣ ਲੱਗ ਗਿਆ, ਲਾ ਲਓ ਕੈਨੇਡਾ ਵਗੈਰਾ ਦੇ ਵਿੱਚ ਸਟੂਡੈਂਟ ਗਏ ਆ ਤਾਂ ਉਹ ਕੀ ਲੈ ਕੇ ਗਏ ਆ ਇਮੀਗ੍ਰੇਸ਼ਨ ਦੇ ਜ਼ਰੀਏ ਗਏ ਆ। ਸੋ ਉੱਥੇ ਉਹਨਾਂ ਨੇ ਯੂਜ਼ ਕੀਤਾ ਜਾਏਗਾ ਵਰਡ ਇਮੀਗ੍ਰੇਸ਼ਨ। ਤਾਂ ਇਹ ਤੋਂ ਯਾਦ ਰੱਖਣਾ ਐਗਜ਼ਿਟ ਕਰ ਰਿਹਾ ਮਤਲਬ ਛੱਡ ਰਿਹਾ, ਤੁਸੀਂ ਕੀ ਕਰੋਗੇ ਇਮੀਗ੍ਰੇਸ਼ਨ ਦਾ ਯੂਜ਼। ਜੇ ਇਨ ਕਰ ਰਿਹਾ ਮਤਲਬ ਆ ਰਿਹਾ ਤਾਂ ਤੁਸੀਂ ਯੂਜ਼ ਕਰੋਗੇ ਇਮੀਗ੍ਰੇਸ਼ਨ ਆਈ ਵਾਲਾ। ਇਮੀਗ੍ਰੇਸ਼ਨ ਐਂਡ ਇਮੀਗ੍ਰੇਸ਼ਨ। ਸੋ ਈ ਵਾਲਾ ਤੇ ਆਈ ਵਾਲਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਹੜਾ ਇਮੀਗ੍ਰੇਸ਼ਨ ਦਾ ਮੀਨਿੰਗ ਕੀ ਹੁੰਦਾ ਹੈ। ਸੋ ਹੁਣ ਇੱਥੇ ਆਪਣੇ ਕੋਲੇ ਕੀ ਹੈ ਉਹ ਪਰਸਨ ਹੂ ਲੀਵ, ਲੀਵ ਮਤਲਬ ਛੱਡ ਰਿਹਾ ਤਾਂ ਲੀਵ ਵਾਲਾ ਕੀ ਸੀ ਆਪਣੇ ਕੋਲੇ ਈ ਵਾਲਾ ਐਗਜ਼ਿਟ ਵਾਲਾ। ਸੋ ਤੁਸੀਂ ਯੂਜ਼ ਕਰਿਆ ਐਮੀਗ੍ਰੈਂਟ। ਪਰਸਨ ਲਈ ਯੂਜ਼ ਕਰੋਗੇ ਐਮੀਗ੍ਰੈਂਟ ਇਮੀਗ੍ਰੈਂਟ। ਬਟ ਆਪਣੇ ਕੋਲੇ ਜੇ ਬੇਸਿਕਲੀ ਕਿਹਾ ਜਾਵੇ ਤਾਂ ਪ੍ਰੋਸੈਸ ਕੀ ਹੈ ਇਮੀਗ੍ਰੇਸ਼ਨ ਵਾਲਾ ਐਮੀਗ੍ਰੇਸ਼ਨ। ਹਾਂਜੀ। 6 ਨੰਬਰ ਆਪਣੇ ਕੋਲ ਫਰੇਜ਼ ਹੈ a group of stars that forms a shape in the sky and has a name। ਤਾਂ ਇਹੋ ਜਿਹਾ ਇੱਕ ਗਰੁੱਪ ਆਫ ਸਟਾਰਸ ਜਿਹਨੂੰ ਆਪਾਂ ਜਿਵੇਂ ਪੰਜਾਬੀ ਦੇ ਵਿੱਚ ਸਪਤਰਿਸ਼ੀ ਵਰਡ ਯੂਜ਼ ਕਰ ਲੈਂਦੇ ਹਾਂ ਹਨਾ। ਤਾਂ ਉਹ ਵਾਲੀਆਂ ਚੀਜ਼ਾਂ ਸਪਤਰਿਸ਼ੀ ਕੀ ਨਹੀਂ ਹੁੰਦੇ, ਸੱਤ ਤਾਰਿਆਂ ਦਾ ਸਮੂਹ ਹੈ। ਤਾਂ ਹੁਣ ਇੱਕ ਸਟਾਰਸ ਦਾ ਗਰੁੱਪ ਹੈ ਜਿਹਨੂੰ ਆਪਾਂ ਨੇਮ ਦਿੱਤਾ ਹੋਇਆ ਹੈ ਸਕਾਈ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਤਾਂ ਆਪਾਂ ਉਹਨੂੰ ਕੀ ਕਹਿੰਦੇ ਹਾਂ ਜੀ ਕੌਨਸਟੈਲੇਸ਼ਨ। ਕੀ ਕਿਹਾ ਜਾਂਦਾ ਹੈ ਕੌਨਸਟੈਲੇਸ਼ਨ। ਆਪਾਂ ਸਿੰਪਲ ਕਹਿ ਲਓ ਕੋਈ ਚੀਜ਼ ਜਿਹੜੀ ਤੁਹਾਨੂੰ ਦੱਸਦੀ ਹੈ। ਹੁਣ ਆਪਾਂ ਤਾਰਿਆਂ ਦੇ ਬਾਰੇ ਬੇਸਿਕਲੀ ਤਾਰਿਆਂ ਦੇ ਪਿੱਛੇ ਯੂਜ਼ ਕੀਤਾ ਜਾਂਦਾ ਸੀ ਕਹਿ ਦਿੰਦੇ ਸੀ ਵੀ ਤਾਰੇ ਕੀ ਹੁੰਦੇ ਆਪਾਂ ਨੂੰ ਕੋਈ ਨਾ ਕੋਈ ਦਿਸ਼ਾ ਵਗੈਰਾ ਬੇਸਿਕਲੀ ਧਰੁਵ ਤਾਰੇ ਵਾਸਤੇ ਕਿਹਾ ਜਾਂਦਾ ਸੀ ਕਿ ਦਿਸ਼ਾ ਦਿਖਾਉਣ ਵਾਲਾ ਤਾਰਾ ਹੈ। ਤਾਂ ਉੱਥੋਂ ਤੁਸੀਂ ਯਾਦ ਕਰ ਸਕਦੇ ਹੋ ਵੀ ਸਕਾਈ ਦੇ ਵਿੱਚ ਜਿਹੜੇ ਗਰੁੱਪ ਹੁੰਦੇ ਆ ਸਟਾਰਸ ਦਾ ਗਰੁੱਪ ਹੁੰਦਾ ਹੈ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਕੌਨਸਟੈਲੇਸ਼ਨ। ਗਰੁੱਪ ਆਫ ਸਟਾਰਸ ਦੈਟ ਫਾਰਮਸ ਅ ਸ਼ੇਪ ਇਨ ਦਾ ਸਕਾਈ ਐਂਡ ਹੈਵ ਅ ਨੇਮ। ਜਿਵੇਂ ਆਪਣੇ ਕੋਲ ਕਿਸੇ ਗਰੁੱਪ ਹੈ ਪਰ ਉਹਦਾ ਨੇਮ ਵੀ ਹੈ। ਜਿਵੇਂ ਆਪਾਂ ਸਪਤਰਿਸ਼ੀ ਇੱਕ ਨਾਮ ਦਿੱਤਾ ਹੋਇਆ ਸੱਤ ਤਾਰਿਆਂ ਦੇ ਸਮੂਹ ਹੈ ਤਾਂ ਉਹਨੂੰ ਆਪਾਂ ਸਪਤਰਿਸ਼ੀ ਕਹਾਂਗੇ। 7 ਸਟਾਰਸ ਦਾ ਗਰੁੱਪ ਹੈ ਜਿਹੜਾ ਆਪਾਂ ਉਹਨੂੰ ਸਪਤਰਿਸ਼ੀ ਕਹਿ ਦਿੰਦੇ ਹਾਂ। ਹਾਂਜੀ ਤਾਂ ਅੱਗੇ ਆਪਣੇ ਕੋਲ ਕੀ ਹੈ ਇਹਦੇ ਵਾਸਤੇ ਯੂਜ਼ ਕੀਤਾ ਜਾਏਗਾ ਵਰਡ ਦੈਟ ਇਜ਼ ਕੌਨਸਟੈਲੇਸ਼ਨ। ਇਸੇ ਤੁਹਾਡੇ ਕੋਲੇ 6 ਫਰੇਜ਼ਸ ਜਿਹੜੇ ਆਪਾਂ ਡਿਸਕਸ ਕੀਤੇ ਆ ਵਨ ਵਰਡ ਜਿਹੜਾ ਇਹਨਾਂ ਦਾ ਦੇਖਿਆ ਇੱਕ ਵਾਰ ਰਿਵਾਈਜ਼ ਕਰਾਂਗੇ। ਉਹ ਪਾਰਸ਼ੀਅਲ ਔਰ ਟੋਟਲ ਲਾਸ ਆਫ ਮੈਮਰੀ ਮਤਲਬ ਕਿਸੇ ਪਰਸਨ ਦੀ ਥੋੜੀ ਜਿਹੀ ਜਾਂ ਫਿਰ ਕਹਿ ਸਕਦੇ ਹਾਂ ਟੋਟਲ ਮੈਮਰੀ ਲਾਸ ਹੋਈ ਤਾਂ ਆਪਾਂ ਯੂਜ਼ ਕਰਾਂਗੇ ਐਮਨੀਸ਼ੀਆ। ਨੈਕਸਟ ਹੈ ਜੀ ਤੁਹਾਡੇ ਕੋਲੇ ਸੈਕੰਡ ਨੰਬਰ ਫਰੇਜ਼ ਦੈਟ ਇਜ਼ ਵਨ ਹੂ ਇਜ਼ ਨਾਟ ਸ਼ੋਰ ਅਬਾਊਟ ਗॉड्स ਐਗਜ਼ਿਸਟੈਂਸ ਤਾਂ ਉਹ ਕਰਾਂਗੇ ਜੀ ਐਗਨੋਸਟਿਕ। Third phrase is fit to drink, that is quotable. Fourth phrase is a person pretending to be somebody he is not. So the word is hypocrite. Hypocrite, a person that is pretending to be one that he is not. Again, the particular phrase a person who leaves his country to live in another। ਇਹੋ ਜਿਹਾ person ਜਿਹੜਾ ਆਪਦਾ ਦੇਸ਼ ਛੱਡ ਕੇ ਕਿਸੇ ਦੂਸਰੇ ਦੇਸ਼ 'ਚ ਜਾਵੇ ਸੋ ਐਮੀਗ੍ਰੈਂਟ ਕੀ ਵਾਲਾ ਐਮੀਗ੍ਰੈਂਟ ਈ ਮੀਨਸ ਐਗਜ਼ਿਟ। ਅੱਗੇ 6 ਨੰਬਰ phrase ਹੈ a group of stars that forms a shape in the sky and has a name। ਤਾਂ ਹੁਣ ਗਰੁੱਪ stars ਦੇ ਤਾਂ ਬਹੁਤ ਸਾਰੇ ਗਰੁੱਪ ਹੁੰਦੇ ਪਰ ਜਿਹੜੇ ਗਰੁੱਪ ਦਾ ਮਤਲਬ ਨੇਮ ਹੋਵੇ ਤਾਂ ਆਪਾਂ ਉਹਨੂੰ ਕੀ ਕਹਿ ਦਿੰਦੇ ਹਾਂ ਜੀ ਕੌਨਸਟੈਲੇਸ਼ਨ। ਅੱਗੇ ਤੁਹਾਡੇ ਕੋਲ ਈਡੀਅਮ ਫਰੇਜ਼ਸ ਜਿਹੜੇ ਆਪਾਂ ਡਿਸਕਸ ਕਰਾਂਗੇ ਮੁਹਾਵਰੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵਨ ਬਾय वन ਜਿਹੜਾ ਇਹਨਾਂ ਨੂੰ ਡਿਸਕਸ ਕਰਨਾ ਹੈ। ਹਾਂਜੀ ਤਾਂ ਫਰਸਟ idiom that you have you can see on the screen first is on cloud nine। ਜਿਵੇਂ ਆਪਾਂ ਕਹਿ ਰਹੇ ਹਾਂ ਸੱਤਵੇਂ ਆਸਮਾਨ ਦੇ ਉੱਤੇ ਹੋਣਾ ਮਤਲਬ ਬਹੁਤ ਜ਼ਿਆਦਾ ਖੁਸ਼ ਹੋਣਾ। ਤਾਂ ਸਿਮਿਲਰਲੀ ਤੁਹਾਡੇ ਕੋਲ ਇੰਗਲਿਸ਼ ਦੇ ਵਿੱਚ idiom ਹੈ on cloud nine। ਤਾਂ cloud nine ਦਾ ਮੀਨਿੰਗ ਕੀ ਹੈ ਕੋਈ ਪਰਸਨ ਜਿਹੜਾ ਬਹੁਤ ਜ਼ਿਆਦਾ ਹੈਪੀ ਹੈ ਬਹੁਤ ਜ਼ਿਆਦਾ ਐਕਸਾਈਟਡ ਹੈ ਉਤਸੁਕ ਹੈ ਕਿਸੇ ਚੀਜ਼ ਨੂੰ ਲੈ ਕੇ ਤਾਂ ਤੁਸੀਂ ਯੂਜ਼ ਕਰੋਗੇ on cloud nine। ਤਾਂ ਬਦਲਾਂ ਦੇ ਵਿੱਚ ਹੋਣਾ ਜਾਂ ਸਿੰਪਲ ਤੁਸੀਂ ਜਾਪ ਕਰ ਸਕਦੇ ਹੋ ਤਾਂ ਐਕਸਟ੍ਰੀਮਲੀ ਹੈਪੀ ਐਂਡ ਐਕਸਾਈਟਡ। ਨੈਕਸਟ ਆਪਣੇ ਕੋਲੇ ਫਰੇਜ਼ ਹੈ ਅ ਡਾਈਮ ਅ ਡਜ਼ਨ।
ਡਾਈਮ ਔਰ ਡਜ਼ਨ ਤਾਂ ਤੁਹਾਨੂੰ ਵਰਡ ਡਾਈਮ ਦਾ ਮੀਨਿੰਗ ਦਿਖਾ ਰਹੀ ਹੈ ਇੱਕ ਵਾਰ ਤੁਹਾਨੂੰ ਜੇ ਡਾਈਮ ਦਾ ਮੀਨਿੰਗ ਪਤਾ ਲੱਗ ਗਿਆ ਤਾਂ ਤੁਹਾਡੇ ਕੋਲ ਇਹ ਵਾਲਾ ਈਡੀਅਮ ਹੈ ਜਿਹੜਾ ਯਾਦ ਕਰਨਾ ਈਜ਼ੀ ਹੋ ਜਾਏਗਾ ਹਾਂਜੀ ਬੇਸਿਕਲੀ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਕੀ ਡਾਲਰ ਚੱਲਦਾ ਹੈ ਡਾਲਰ ਵੀ ਇੱਕ ਕਰੰਸੀ ਹੈ ਕਰੰਸੀ ਹੈ ਅਮਰੀਕਾ ਦੀ ਕਰੰਸੀ ਜਿਵੇਂ ਆਪਣੀ ਇੰਡੀਆ ਦੇ ਵਿੱਚ ਆਪਾਂ ਰੁਪਏ ਯੂਜ਼ ਕਰਦੇ ਹਾਂ ਤੇ ਸਿਮਿਲਰਲੀ ਆਪਣੇ ਕੋਲੇ ਜਿਹੜਾ ਕਰੰਸੀ ਦਾ ਨਾਮ ਹੈ ਡਾਲਰ ਕਿੱਥੇ ਚੱਲਦੀ ਹੈ ਅਮਰੀਕਾ ਦੇ ਵਿੱਚ ਤਾਂ ਇਹ ਜਿਹੜਾ ਟਾਈਮ ਵਰਡ ਹੈ ਉਹ ਯੂਜ਼ ਕੀਤਾ ਜਾਂਦਾ ਹੈ 1/10 ਪਾਰਟ ਆਫ ਅ ਡਾਲਰ ਡਾਲਰ ਦਾ ਇੱਕ ਬੜਾ 10ਵਾਂ ਹਿੱਸਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੁੰਦਾ ਆਪਣੇ ਕੋਲੇ ਟਾਈਮ ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹੀਏ ਆਪਣੇ ਕੋਲੇ 1 ਰੁਪਿਆ 1 ਰੁਪਏ ਤਾਂ ਉਹਦੇ ਵਿੱਚ ਕਿੰਨੇ ਪੈਸੇ ਹੁੰਦੇ 1 ਰੁਪਏ 100 ਪੈਸੇ ਹੁੰਦੇ ਆ ਆਹੀ ਚੀਜ਼ ਹੁੰਦੀ ਹੈ ਨਾ 1 ਰੁਪਏ ਦੇ ਵਿੱਚ 100 ਪੈਸੇ ਹੁੰਦੇ ਆ ਜੇ ਸਿਮਿਲਰਲੀ ਆਪਾਂ ਕਹਿ ਦਈਏ ਤੇ ਆਪਣੇ ਕੋਲੇ ਜੇ ਆਪਾਂ 100 ਪੈਸੇ ਕਹਿ ਰਹੇ ਹਾਂ ਤਾਂ ਉਹਦਾ ਹੁਣ ਦੇਖੋ 1/10ਵਾਂ ਹਿੱਸਾ ਕਰਕੇ ਦੇਖੋ 1/10ਵਾਂ ਹਿੱਸਾ ਕਿਸੇ ਰੁਪਏ ਦਾ 1/10ਵਾਂ ਹਿੱਸਾ ਮਤਲਬ ਕੀ ਹੋਊਗਾ ਆਪਣੇ ਕੋਲੇ 10 ਪੈਸੇ ਹੋ ਗਏ ਰੁਪਏ ਦਾ 10ਵਾਂ ਹਿੱਸਾ 10 ਪੈਸੇ ਹੁਣ ਦੇਖੋ ਕਿੱਥੇ ਦਾ 1 ਰੁਪਿਆ ਕਿੱਥੇ ਆਪਣੇ ਕੋਲੇ 10 ਪੈਸੇ ਤਾਂ ਬਹੁਤ ਜ਼ਿਆਦਾ ਛੋਟਾ ਪਾਰਟ ਹੈ ਨਾ 1/10 ਪਾਰਟ ਆਫ ਡਾਲਰ ਦਾ ਸਿੰਪਲ ਤੁਸੀਂ ਜੇ ਰੁਪਏ ਤੋਂ ਯਾਦ ਕਰਨਾ ਹੋਵੇ 1 ਰੁਪਏ ਚ 100 ਪੈਸੇ ਹੈ 1/10 ਪਾਰਟ ਆਫ ਰੁਪਏ ਕੀ ਬਣੂਗਾ ਆਪਣੇ ਕੋਲੇ 10 ਪੈਸੇ ਬਣ ਗਏ ਸੋ ਆਪਣੇ ਕੋਲੇ ਵਰਡ ਕੀ ਆ ਜਾਂਦਾ ਹੈ 1/10 ਪਾਰਟ ਆਫ ਰੁਪਏ ਜਿਵੇਂ 10 ਪੈਸੇ ਹੋਣਗੇ ਤੁਹਾਡੇ ਕੋਲੇ 1/10 ਪਾਰਟ ਆਫ ਡਾਲਰ ਡਾਈਮ ਹੁੰਦਾ ਹੈ। ਹਾਂਜੀ ਤੇ ਡਾਈਮ ਕੀ ਹੈ ਛੋਟਾ ਪਾਰਟ ਹੈ ਡਾਲਰ ਦਾ ਔਰ ਡਜ਼ਨ ਹੁਣ ਤੇ ਡਜ਼ਨ ਦਾ ਮੀਨਿੰਗ ਕੀ ਹੁੰਦਾ ਆਪਣੇ ਕੋਲੇ 12 ਚੀਜ਼ਾਂ ਦਾ ਇੱਕ ਗਰੁੱਪ ਬੰਡਲ ਕਹਿ ਸਕਦੇ ਹੋ ਗਰੁੱਪ ਕਹਿ ਸਕਦੇ ਹੋ ਸੋ 12 ਚੀਜ਼ਾਂ ਬੇਸਿਕਲੀ ਆਪਾਂ ਡਜ਼ਨ ਕਿਹਦੇ ਵਾਸਤੇ ਯੂਜ਼ ਕਰਦੇ ਹਾਂ ਜਦੋਂ ਆਪਣੇ ਕੋਲੇ 12 ਚੀਜ਼ਾਂ ਹੋਣ 12 ਥਿੰਗਸ ਹੋਣ ਉਹਨਾਂ ਵਾਸਤੇ ਆਪਾਂ ਵਰਡ ਯੂਜ਼ ਕਰ ਲੈਂਦੇ ਹਾਂ ਡਜ਼ਨ ਸੋ ਔਰ ਡਾਈਮ ਔਰ ਡਜ਼ਨ ਫਿਰ 1/10 ਪਾਰਟ ਦਿੱਤਾ ਜਾ ਰਿਹਾ ਡਾਲਰ ਦਾ ਇੱਕ 12 ਕਹਿ ਸਕਦੇ ਹਾਂ ਚੀਜ਼ਾਂ ਦੇ ਗਰੁੱਪ ਦੇ ਲਈ ਤਾਂ ਕੀ ਹੋ ਗਿਆ ਉਹ ਬਹੁਤ ਸਾਰੇ ਕਾਮਨ ਜੀ ਚੀਜ਼ ਹੋ ਗਈ ਜਾਂ ਸਿੰਪਲ ਕਹਿ ਸਕਦੇ ਹੋ ਕੋਈ ਬਹੁਤ ਜ਼ਿਆਦਾ ਚੀਪ ਹੈ ਥਿੰਗ ਹੈ ਬਹੁਤ ਜ਼ਿਆਦਾ ਕਹਿੰਦੇ ਸਸਤੀ ਚੀਜ਼ ਹੈ ਤਾਂ ਤੁਸੀਂ ਯੂਜ਼ ਕਰੋਗੇ ਇਹ ਵਾਲਾ ਇਡੀਅਮ ਵੈਰੀ ਕਾਮਨ ਐਂਡ ਆਫ ਪਾਰਟਿਕੂਲਰ ਵੈਲਿਊ ਵੈਰੀ ਕਾਮਨ ਔਰ ਆਫ ਪਾਰਟਿਕੂਲਰ ਵੈਲਿਊ ਜਾਂ ਬਹੁਤ ਸਿੰਪਲ ਭਾਸ਼ਾ ਦੇ ਵਿੱਚ ਜੇ ਤੁਸੀਂ ਕਹਿਣਾ ਹੋਵੇ ਤਾਂ ਬਹੁਤ ਜ਼ਿਆਦਾ ਕਹਿ ਸਕਦੇ ਹੋ ਚੀਪ ਦੀ ਚੀਜ਼ ਹੋਵੇ ਬਹੁਤ ਜ਼ਿਆਦਾ ਆਪਾਂ ਕਹਿੰਦੇ ਸਸਤੀ ਚੀਜ਼ ਵਾਸਤੇ ਤੁਸੀਂ ਯੂਜ਼ ਕਰੋਗੇ ਫਰੇਜ਼ ਔਰ ਡਾਈਮ ਔਰ ਡਜ਼ਨ ਹਾਂਜੀ ਨੈਕਸਟ ਇਡੀਅਮ ਹੈ ਜਿਹੜਾ ਆਪਾਂ ਡਿਸਕਸ ਕਰਨਾ ਹੈ ਦੈਟ ਇਜ਼ ਡਾਰਕ ਹਾਰਸ ਡਾਰਕ ਹਾਰਸ ਡਾਰਕ ਹਾਰਸ ਦਾ ਮਤਲਬ ਕੀ ਹੁੰਦਾ ਹੈ ਇਹੋ ਜਿਹਾ ਪਰਸਨ ਜਿਹੜਾ ਕਿ ਸਿੰਪਲ ਕਹਿ ਲਓ ਤੁਸੀਂ ਅਨਐਕਸਪੈਕਟਡ ਵੀ ਨਹੀਂ ਤਾਂ ਹਰ ਇੱਕ ਕਲਾਸ ਦੇ ਵਿੱਚ ਕੋਈ ਨਾ ਕੋਈ ਸਟੂਡੈਂਟ ਇਹੋ ਜਿਹਾ ਹੁੰਦਾ ਹੈ ਜੋ ਕਿ ਆਪਾਂ ਕਹਿ ਲਓ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਪੜ੍ਹ ਰਿਹਾ ਬਟ ਅਸਲ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੁੰਦਾ ਹੈ ਤੇ ਅਸਲ ਦੇ ਵਿੱਚ ਲਾਸਟ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹਦੇ ਰਿਜ਼ਲਟ ਵੀ ਪੂਰਾ ਸ਼ਾਨਦਾਰ ਹੁੰਦਾ ਹੈ ਰਿਜ਼ਲਟ ਦੇਖ ਕੇ ਆਪਾਂ ਨੂੰ ਸਾਰਿਆਂ ਨੂੰ ਸਰਪ੍ਰਾਈਜ਼ ਹੁੰਦਾ ਵੀ ਦੇਖਿਆ ਤਾਂ ਕਦੇ ਪੜ੍ਹਦੇ ਪਰ ਅਸਲ ਦੇ ਵਿੱਚ ਜਿਹੜਾ ਉਹ ਫਿਊਚਰ ਲੈ ਆਇਆ तो अपने को ਆਪਾਂ यूज कर सकते ਹਾਂ ਇਹ ਵਾਲਾ ਇਡੀਅਮ ਦੈਟ ਇਜ਼ ਅ ਡਾਰਕ ਹਾਰਸ ਐਂਡ ਅਨਐਕਸਪੈਕਟਡ ਵਿਨਰ ਇਹੋ ਜਿਹਾ ਪਰਸਨ ਜਿਹਨੂੰ ਤੁਸੀਂ ਕਦੇ ਸੋਚਿਆ ਨਹੀਂ ਕਿ ਜਿੱਤ ਜੂਗਾ ਬਟ ਉਹ ਜਿੱਤ ਗਿਆ ਔਰ ਡਾਰਕ ਹਾਰਸ ਨੈਕਸਟ ਆਪਣੇ ਕੋਲ ਫਰੇਜ਼ ਹੈ ਦੈਟ ਇਜ਼ ਗਿਵ ਸਮਵਨ ਦਾ ਕੋਲਡ ਸ਼ੋਲਡਰ ਗਿਵ ਸਮਵਨ ਦਾ ਕੋਲਡ ਸ਼ੋਲਡਰ ਤਾਂ ਹੁਣ ਕੋਲਡ ਸ਼ੋਲਡਰ ਦੇਣਾ ਮਤਲਬ ਕੀ ਹੋ ਗਿਆ ਕਿਸੇ ਨੂੰ ਇਗਨੋਰ ਕਰਨਾ ਕਹਿ ਸਕਦੇ ਹੋ ਸਿੰਪਲ ਤੁਸੀਂ ਜਾਂ ਸਿੰਪਲ ਕਹਿ ਸਕਦੇ ਹੋ ਕਿਸੇ ਪਰਸਨ ਨੂੰ ਅਨਫਰੈਂਡਲੀ ਜੇ ਹੋਣਾ ਕਿਸੇ ਦੀ ਫਰੈਂਡਲੀ ਦਾ ਮਤਲਬ ਹੁੰਦਾ ਕਿਸੇ ਨਾਲ ਮਿਲ ਜੁਲ ਕੇ ਰਹਿਣਾ ਬਟ ਅਨਫਰੈਂਡਲੀ ਮਤਲਬ ਕਿਸੇ ਤੋਂ ਕੰਨੀ ਕਤਰਾਉਣਾ ਜਾਂ मतलब किसी ਨਾਲ ਮਿਲਣਾ ਨਾ ਮਿਲਣਾ ਅੱਗੇ ਤੁਹਾਡੇ ਕੋਲ ਕੀ ਹੈ ਨਾ ਮੀਨਿੰਗ ਲਿਖਿਆ ਹੈ that is deliberately ignore be unfriendly towards someone ਕਿਸੇ ਪਰਸਨ ਨੂੰ ਇਗਨੋਰ ਕਰਨਾ ਜਾਂ ਫਿਰ ਸਿੰਪਲ ਤੁਸੀਂ ਕਹਿ ਸਕਦੇ ਹੋ ਕਿਸੇ ਨਾਲ ਅਨਫਰੈਂਡਲੀ ਦਾ ਬਿਹੇਵ ਕਰਨਾ ਤੁਸੀਂ ਕਿਹਦੀ ਫਰੇਜ਼ ਯੂਜ਼ ਕਰੋਗੇ ਇਡੀਅਮ ਯੂਜ਼ ਕਰੋਗੇ give someone the cold shoulder ਹਾਂਜੀ ਤਾਂ ਨੈਕਸਟ that we have to discuss is ਅੱਗੇ ਇਡੀਅਮ ਆਪਣੇ ਕੋਲੇ ਸਟੋਨਸ ਥਰੋ ਅਵੇ ਸਟੋਨਸ ਥਰੋ ਅਵੇ ਦਾ ਮੀਨਿੰਗ ਕੀ ਹੁੰਦਾ ਹੈ ਸਟੋਨ ਕੀ ਆਪਣੇ ਕੋਲੇ ਪੱਥਰ ਨੂੰ ਯੂਜ਼ ਕੀਤਾ ਜਾਂਦਾ ਹੈ ਥਰੋ ਅਵੇ ਦਾ ਮਤਲਬ ਕੀ ਹੁੰਦਾ ਹੈ ਸੁੱਟਣਾ ਹੁਣ ਆਪਾਂ ਸਿੰਪਲ ਕਹਿ ਲਓ ਆਪਣੇ ਕੋਲੇ ਹੱਥ ਦੇ ਵਿੱਚ ਪੱਥਰ ਹੈ ਤਾਂ ਆਪਾਂ ਕਿੰਨੀ ਕੁ ਦੂਰ ਸਿੱਟ ਸਕਦੇ ਹਾਂ ਇੰਨੀ ਕੁ ਦੂਰ ਸਿੱਟਿਆ ਜਾਊਗਾ ਕਿ ਆਪਾਂ ਨੂੰ ਦਿਖਦਾ ਹੈ ਮਤਲਬ ਇੰਨੀ ਜ਼ਿਆਦਾ ਤਾਂ ਆਪਣੀ ਪਾਵਰ ਨਹੀਂ ਹੈ ਕਿ ਆਪਾਂ ਉਹਨੂੰ ਸਪੇਸ ਦੇ ਵਿੱਚ ਭੇਜ ਦਾਂਗੇ ਤੇ ਕਿਤੇ ਐਡੀ ਦੂਰ ਭੇਜ ਦਾਂਗੇ ਜਿੱਥੇ ਆਪਾਂ ਨੂੰ ਦਿਸ ਨੂੰ ਹਟ ਜਾਏ ਸੋ ਸਟੋਨਸ ਥਰੋ ਅਵੇ ਤੋਂ ਯਾਦ ਰੱਖਣਾ ਹੈ ਕੋਈ ਸਟੋਨ ਤੁਹਾਨੂੰ ਦਿੱਤਾ ਹੈ ਤੇ ਤੁਸੀਂ ਸਿੱਟਣਾ ਤੇ ਜ਼ਿਆਦਾ ਡਿਸਟੈਂਸ ਤੋਂ ਟਰੈਵਲ ਨਹੀਂ ਕਰ ਸਕਦਾ ਵੈਰੀ ਸ਼ਾਰਟ distance or stones throw away ਦਾ meaning ਹੈ very short distance ਨੈਕਸਟ ਆਪਣੇ ਕੋਲੇ ਫਰੇਜ਼ ਹੈ ਜਾਂ ਇਡੀਅਮ ਹੈ be all ears ਤਾਂ ਹੁਣ ears ਬੇਸਿਕਲੀ ears ਯੂਜ਼ ਕੀਤਾ ਜਾਂਦਾ ਸੁਣਨ ਵਾਸਤੇ ਨਾ ears ਦਾ ਕੰਮ ਕੀ ਹੁੰਦਾ ਸੁਣਨਾ ਕੰਨਾਂ ਦਾ ਕੰਮ ਕੀ ਹੁੰਦਾ ਆਪਣਾ ਸੁਣਨਾ be all ears ਮਤਲਬ ਦੋਵੇਂ ਕੰਨਾਂ ਨੂੰ ਧਿਆਨ ਦੇਣ ਵਾਲਾ ਕੀ ਕਰ ਰਹੇ ਯੂਜ਼ ਕਰ ਰਹੇ ਹਾਂ ਮਤਲਬ ਕਿ ਤੁਸੀਂ ਸੁਣ ਰਹੇ ਹੋ intently ਲਿਸਨਿੰਗ ਇੰਟੈਂਟਲੀ ਕਿਸੇ ਪਰਸਨ ਨੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਸੁਣਿਆ ਜਾ ਰਿਹਾ ਹੈ ਟੂ ਬੀ ਰੈਡੀ ਟੂ ਲਿਸਨ ਜਾਂ ਫਿਰ ਆਪਾਂ ਸਿੰਪਲ ਕਹਿ ਸਕਦੇ ਹਾਂ ਤੁਸੀਂ ਸੁਣਨ ਦੇ ਵਾਸਤੇ ਰੈਡੀ ਹੋ ਤਾਂ ਤੁਸੀਂ ਯੂਜ਼ ਕਰੋਗੇ ਇਡੀਅਮ ਬੀ ਆਲ ਈਅਰਸ ਹਾਂਜੀ ਤਾਂ ਇੱਕ ਵਾਰ ਆਪਾਂ ਕੀ ਕਰਾਂਗੇ ਰਿਵਾਈਜ਼ ਕਰਾਂਗੇ ਜਿੰਨੇ ਇਡੀਅਮ ਆਪਾਂ ਡਿਸਕਸ ਕੀਤੇ ਦੈਨ ਵੀ ਹੈਵ ਟੂ ਡੂ ਪ੍ਰੈਕਟਿਸ ਕੁਐਸਚਨਸ ਓਕੇ ਫਰਸਟ ਇਡੀਅਮ ਦੈਟ ਵੀ ਹੈਵ ਡਿਸਕਸਡ ਇਜ਼ one on cloud nine on cloud nine meaning ਕੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਹੈਪੀ ਹੋਣਾ extremely happy and excited second idiom that we have discussed is a dime or dozen meaning क्या किसी चीज ਨੂੰ very cheap होना the very common end of a particular
value. Again, third number idiom or dark horse. A dark horse means an unexpected winner. Fourth idiom is give someone the cold shoulder, meaning क्या है किसी को unfriendly treat करना, ignore करना. The deliberately ignore or be unfriendly towards someone. हाँ जी. The next idiom that we have discussed is a stone's throw away. A stone's throw away meaning क्या है a very short distance. Last idiom that we have discussed is we all ears meaning क्या है बहुत ज्यादा ध्यान ਨਾਲ ਕਿਸੇ ਨੂੰ ਸੁਣਨਾ ਜਾਂ intentively ਕਿਸੇ ਚੀਜ਼ ਨੂੰ follow ਕਰਨਾ. Listening intently and be ready to listen. हाँ जी. तो ਆਪਾਂ ਕੀ डिस्कस ਕੀਤੇ ਆ 6 ਆਪਣੇ one word substitution ਜਿਹੜੇ ਆਪਾਂ डिस्कस ਕੀਤੇ ਆ 6 ਆਪਾਂ idiom phrases ਕੀਤੇ ਆ plus 6 ਆ ਜਿਹੜੇ ਆਪਣੇ ਕੋਲ synonym antonym ਜਿਹੜੇ ਅੱਜ ਦੀ ਕਲਾਸ ਦੇ ਵਿੱਚ ਆਪਾਂ डिस्कस ਕੀਤੇ ਆ ਹੁਣ ਆਪਾਂ ਉਹਨਾਂ ਨਾਲ ਰਿਲੇਟਡ ਕੁਝ ਪ੍ਰੈਕਟਿਸ ਕੁਐਸਚਨ ਡਿਸਕਸ ਕਰਾਂਗੇ ਓਕੇ the first question that you can see on the screen is select the most appropriate antonym of the given word ਤਾਂ ਤੁਹਾਨੂੰ word ਦਿੱਤਾ ਹੋਇਆ appalling ਤਾਂ ਤੁਸੀਂ find out ਕਰਨਾ ਹੈ ਇਹਦਾ antonym ਮਤਲਬ ਕਿ opposite word मीनिंग दे रहा अपने कोले opposite हो गए हाँ जी ਤਾਂ word ਕੀ ਆਪਣੇ ਕੋਲੇ appalling ਤਾਂ ਹੁਣ meaning ਕੀ ਆ appalling ਦਾ ਤਾਂ ਤੁਸੀਂ ਚੈੱਕ ਕਰੋਗੇ ਕਿ appalling ਹੈ ਜਿਹੜਾ ਆਪਣੇ ਕੋਲੇ ਇਹਦਾ antonym ਕਿਹੜਾ word ਹੈ alarming bloodless third is horrible and last is appealing ਤਾਂ ਆਪਾਂ appalling word ਕੀਤਾ ਸੀ ਤਾਂ appalling ਦਾ meaning ਕੀ ਸੀ ਅੱਗੇ ਡਰਾਉਣਾ ਇਹੋ ਜਿਹੀ ਚੀਜ਼ ਜਿਹੜੀ ਡਰਾਵਨੀ ਹੋਵੇ ਪੁਰਾਣੀ ਹੋਵੇ ਤਾਂ ਤੁਸੀਂ ਕਹਿੰਦੇ ਆਪਾਂ ਭਾਰੀ ਜੇ ਦੇਖੋਗੇ ਤੁਸੀਂ ਐਂਟੋਨੀ ਫਾਈਂਡ ਆਊਟ ਕਰਨਾ ਮਤਲਬ ਇਹੋ ਜਿਹੀ ਚੀਜ਼ ਜਿਹੜੀ ਤੁਹਾਨੂੰ ਨਹੀਂ ਡਰਾ ਰਹੀ ਮਤਲਬ ਵਧੀਆ ਹੈਗੀ ਅਲਾਰਮਿੰਗ ਬਲੱਡਲੈਸ ਹੌਰੀਬਲ ਤਾਂ ਇਹਨਾਂ ਸਾਰਿਆਂ ਦਾ ਮੀਨਿੰਗ ਕੀ ਹੈ ਤੁਹਾਡੇ ਕੋਲੇ ਸਿਮਿਲਰਲੀ ਵੈਲਿੰਗ ਦਾ ਮਤਲਬ ਹੀ ਹੈ ਅਲਾਰਮਿੰਗ ਦਾ ਮਤਲਬ ਵੀ ਹੁੰਦਾ ਡਰ ਕੋਈ ਚੀਜ਼ ਜਿਹੜੀ ਡਰਾ ਰਹੀ ਹੈ ਮਤਲਬ ਆਈ ਸੇਮ ਤੁਸੀਂ ਅਲਾਰਮ ਤੇ ਜਾਗ ਰੱਖਦੇ ਹੋ ਜਦੋਂ ਇੱਕਦਮ ਅਲਾਰਮ ਵੱਜੇਗਾ ਤੁਹਾਡੀ ਜਾਗ ਹੋਵੇਗੀ ਤੁਸੀਂ ਡਰ ਜਾਓਗੇ ਬਲੱਡਲੈਸ ਐਂਡ ਅੱਗੇ ਵਰਡ ਹੈ ਤੁਹਾਡੇ ਕੋਲ ਹੌਰੀਬਲ ਅਗੇਨ ਤੁਹਾਨੂੰ ਦੱਸਿਆ ਹੀ ਹੋਇਆ ਮਤਲਬ ਇਹ ਡਰਾਉਣਾ ਹੁੰਦਾ ਹੈ ਤਾਂ ਤੁਸੀਂ ਇਹਦਾ ਚੈੱਕ ਕਰਨਾ ਸੀ ਆਪਣਾ ਐਂਟੋਨਿਮ that is a ਵਿਰੋਧੀ ਸ਼ਬਦ ਤਾਂ ਤੁਸੀਂ ਚੈੱਕ ਕੀਤਾ ਜੇ appealing ਤਾਂ appealing ਦਾ ਮਤਲਬ ਤਾਂ ਇਹੋ ਜਿਹੀ ਚੀਜ਼ ਜਿਹੜੀ ਤੁਹਾਨੂੰ ਕਹਿ ਸਕਦੇ ਹਾਂ ਵਧੀਆ ਲੱਗ ਰਹੀ ਹੈ ਪਲੀਜ਼ਿੰਗ ਹੈ ਤੁਸੀਂ appealing word ਹੈ ਜਿਹੜਾ ਯੂਜ਼ ਕਰ ਸਕਦੇ ਹੋ ਹਾਂਜੀ ਨੈਕਸਟ ਹੈ ਤੁਸੀਂ ਫਾਈਂਡ ਆਊਟ ਕਰਨਾ synonym of the given word select the most appropriate synonym of the given word that is assemble अपन वर्ड देता है असेंबल बना पर सिनोनिम फाइंड आउट करना मतलब कि सेम मीनिंग दा वर्ड फाइंड आउट करना है तो असेंबल दा बेसिकली मीनिंग की सी असेंबल दा ਆਪਾਂ असेंबली ਤੋਂ ਯਾਦ ਕੀਤਾ दैट इज इकट्ठा मीनिंग की ਜਿਹੜਾ ਇਕੱਠਾ ਕਰਨਾ मतलब ਇਕੱਠਾ करोगे ਕਿਹੜਾ ਜਿਹੜਾ ਵਰਡ ਆਪਣੇ ਕੋਲ ਇਹਦੇ ਲਈ ਐਪਰੋਪ੍ਰੀਏਟ ਹੈ ਦੈਟ ਇਜ਼ ਗੈਦਰ ਡਿਸਪਰਸ ਸਕੈਟਰ ਔਰ ਸਪਰੈਡ ਹੁਣ ਸਪਰੈਡ ਦਾ ਮਤਲਬ ਵੀ ਖਿੰਡਾਉਣਾ ਹੁੰਦਾ ਸਕੈਟਰ ਕਰਨਾ ਵੀ ਅਗੇਨ ਖਿੰਡਾਉਣਾ ਹੁੰਦਾ ਤੇ ਡਿਸਪਰਸ ਵੀ ਕੀ ਹੈ ਆਪਣੇ ਕੋਲੇ ਅਗੇਨ ਉਹੀ ਮੀਨਿੰਗ ਹੈ ਵੀ ਅਲੱਗ-ਅਲੱਗ ਕਰਨਾ ਕਿਸੇ ਚੀਜ਼ ਨੂੰ ਖਿੰਡਾ ਦੇ ਤਾਂ ਆਪਣੇ ਕੋਲ ਇੱਕੋ ਹੀ ਵਰਡ ਹੈ ਦੈਟ ਇਜ਼ ਗੈਦਰ ਕੀ ਹੈ ਸੈਂਪਲ ਦਾ ਆਪਣੇ ਕੋਲ ਸਿਨੋਨਿਮ ਵਰਡ ਹੈ ਗੈਦਰ ਦਾ ਮਤਲਬ ਕੀ ਹੁੰਦਾ ਆਪਣੇ ਕੋਲੇ ਇਕੱਠਾ ਕਰਨਾ ਕਿਸੇ ਚੀਜ਼ ਨੂੰ ਇਕੱਠਾ ਕਰਨਾ ਗੈਦਰ ਕਰਨਾ ਸੋ ਆਪਣੇ ਕੋਲ ਆਨਸਰ ਕੀ ਹੋਣਾ ਸੀ ਜੀ A ਅੱਗੇ ਤੁਹਾਡੇ ਕੋਲੇ ਇਡੀਅਮ that you can you have to solve this question we select the most appropriate meaning of the idiom underlined below ਤਾਂ ਤੁਹਾਨੂੰ idiom ਦਿੱਤਾ ਹੋਇਆ underline ਕੀਤਾ ਹੋਇਆ ਤਾਂ ਤੁਸੀਂ ਚੈੱਕ ਕਰਨਾ ਕਿ ਇਹਦਾ ਆਨਸਰ ਕੀ ਹੋਏਗਾ ਤੁਹਾਨੂੰ ਇੱਥੇ ਕੀ ਦਿੱਤਾ ਹੋਇਆ ਇੱਕ ਫਰੇਜ਼ ਦੀ ਫਾਰਮ ਦੇ ਵਿੱਚ ਦਿੱਤਾ ਹੋਇਆ ਇੱਕ ਸੈਂਟੈਂਸ ਦਿੱਤਾ ਹੋਇਆ ਕਿ ਤੁਹਾਨੂੰ ਇੱਕ ਫਰੇਜ਼ ਹੈ ਜਿਹੜੀ ਤੇ ਅੰਡਰਲਾਈਨ ਕੀਤੀ ਉਹਦਾ ਮੀਨਿੰਗ ਪੁੱਛਿਆ ਜਾ ਰਿਹਾ idiom ਦਾ ਮੀਨਿੰਗ ਪੁੱਛਿਆ ਜਾ ਰਿਹਾ ਇੱਕ ਬੇਸਿਕਲੀ ਤੁਹਾਡੇ ਕੋਲ ਦੋ ਟਾਈਪ ਦੇ ਕੁਐਸਚਨ ਬਣ ਜਾਂਦੇ idiom ਦੇ ਵਿੱਚ ਪਹਿਲਾ ਕਿ ਤੁਹਾਨੂੰ ਸਿੰਪਲ idiom ਦੇਤਾ ਤਾਂ ਉਹਦਾ ਮੀਨਿੰਗ ਪੁੱਛ ਰਿਹਾ ਸੈਕੰਡ ਤੁਹਾਨੂੰ ਇੱਕ ਸੈਂਟੈਂਸ ਦੇਤਾ ਉਹਦੇ ਵਿੱਚ idiom ਯੂਜ਼ ਕਰਕੇ ਫਿਰ ਆਨਸਰ ਪੁੱਛਿਆ ਜਾਊਗਾ ਹਾਂਜੀ ਤਾਂ ਇੱਥੇ ਤੁਹਾਨੂੰ ਇੱਕ ਸੈਂਟੈਂਸ ਦਿੱਤਾ ਹੈ ਤੇ idiom ਹੈ ਜਿਹੜਾ ਉਹ ਅੰਡਰਲਾਈਨ ਕੀਤਾ ਹੋਇਆ ਤੇ ਤੁਸੀਂ ਆਨਸਰ ਫਾਈਂਡ ਆਊਟ ਕਰਨਾ ਹੈ ਔਰ ਡਾਰਕ ਹਾਰਸ ਤਾਂ ਹੁਣ ਆਪਾਂ ਦੇਖਿਆ ਡਾਰਕ ਹਾਰਸ ਦਾ ਮੀਨਿੰਗ ਕੀ ਸੀ ਕੋਈ ਪਰਸਨ ਜਿਹੜਾ ਕਿ ਆਪਾਂ ਕਹਿ ਸਕਦੇ ਅਨਐਕਸਪੈਕਟਡ ਵਿਨਰ ਵਾਸਤੇ ਆਪਾਂ ਯੂਜ਼ ਕੀਤਾ ਸੀ ਤਾਂ ਹੀ ਇਜ਼ ਅ ਡਾਰਕ ਹਾਰਸ ਮੀਨਿੰਗ ਕੀ ਹੈ ਸਾਇਲੈਂਟ ਨੋ ਸੀਕ੍ਰੇਟਿਵ ਡੇਂਜਰਸ possessing a secret ability ਤਾਂ ਇਹ ਵਾਲਾ ਜਿਹੜਾ ਆਪਣੇ ਕੋਲ ਥ੍ਰੀ ਹੈ ਜਿਹੜਾ ਐਪਰੋਪ੍ਰੀਏਟ ਮੀਨਿੰਗ ਹੈ ਇਹਦਾ ਆਪਣਾ ਅ ਡਾਰਕ ਹਾਰਸ ਯੂਜ਼ ਕਰੋਗੇ ਤੁਸੀਂ possessing a secret ability ਮਤਲਬ ਅਸਲ ਦੇ ਵਿੱਚ ਤੁਹਾਨੂੰ ਤਾਂ ਨਹੀਂ ਪਤਾ ਨਾ ਕੋਈ ਪਰਸਨ ਕਿੰਨਾ ਕੁ ਜ਼ਿਆਦਾ ਹੁਸ਼ਿਆਰ ਹੈ ਉਹ ਡਾਰਕ ਹਾਰਸ ਹੀ ਤੁਹਾਡੀ ਨਹੀਂ ਬਟ ਅਸਲ ਦੇ ਵਿੱਚ ਜਦੋਂ ਉਹ ਕੀ ਹੋਏਗਾ ਕਿਸੇ ਚੀਜ਼ ਦੇ ਵਿੱਚ ਵਿਨ ਹੋਏਗਾ ਜਿੱਤੇਗਾ ਤਾਂ ਤੁਹਾਨੂੰ ਫੇਰ ਪਤਾ ਲੱਗੇਗਾ ਕਿ ਇਹ ਵੀ ਹੈ ਜਿਹੜਾ ਆਪਣੇ ਕੋਲੇ ਦੁਨੀਆ ਦੇ ਵਿੱਚ ਐਗਜ਼ਿਸਟ ਕਰਦਾ ਸੋ possessing a secret ability ਡਾਰਕ ਹਾਰਸ ਨੈਕਸਟ ਤੁਹਾਡੇ ਕੋਲੇ ਵਰਡ ਆਪਾਂ ਕੀ ਕਰਨਾ ਹੈ ਚੈੱਕ ਕਰਨਾ ਹੈ ਕਿ ਵਨ ਵਰਡ ਹੈ ਜਿਹੜਾ ਇਹਦੇ ਵਾਸਤੇ ਕੀ ਹੋਏਗਾ ਹਾਂਜੀ a person pretending to be somebody he is not ਤਾਂ ਇਹੋ ਜਿਹਾ ਪਰਸਨ ਜਿਹੜਾ ਕਿ pretend ਕਰ ਰਿਹਾ ਦਿਖਾਵਾ ਕਰ ਰਿਹਾ ਜਿਹੜਾ ਕਿ ਅਸਲ ਦੇ ਵਿੱਚ ਉਹ ਨਹੀਂ ਹੈ ਤਾਂ ਹਾਂਜੀ ਆਪਾਂ ਉਹਦੇ ਵਾਸਤੇ ਕੀ ਵਰਡ ਯੂਜ਼ ਕਰਾਂਗੇ magician rock liar ਔਰ hypocrite ਤਾਂ ਇਹ ਆਪਾਂ ਡਿਸਕਸ ਕੀਤਾ that word used here is hypocrite a person pretending to be somebody he is not ਤਾਂ ਆਪਾਂ ਯੂਜ਼ ਕਰਾਂਗੇ ਜੀ hypocrite ਦਾ hypocrite ਹੈ ਜਿਹੜਾ ਇਸ ਵਰਡ ਦਾ ਆਪਣੇ ਇਸ ਵਾਲੀ ਫਰੇਜ਼ ਦਾ ਮੀਨਿੰਗ ਹੈ ਵਨ ਵਰਡ ਹੈ ਜਿਹੜਾ ਆਪਾਂ ਚੂਜ਼ ਕੀਤਾ ਹੈ ਤਾਂ ਇਹਦੇ ਨਾਲ ਹੀ ਜਿਹੜਾ ਆਪਾਂ ਅੱਜ ਦੀ ਕਲਾਸ ਓਵਰ ਕਰਦੇ ਹਾਂ
12 ਜਿਹੜੇ ਆਪਣੇ ਵੋਕੈਬਲਰੀ ਕੁਐਸਚਨ ਹੈ 12 ਜਿਹੜੇ ਵਰਡ ਆਪਾਂ ਡਿਸਕਸ ਕੀਤੇ ਅੱਜ ਦੀ ਕਲਾਸ ਦੇ ਵਿੱਚ 6 ਆਪਣੇ ਵਨ ਵਰਡ ਸਬਸਟੀਟਿਊਸ਼ਨ ਦੇਖਿਆ 6 ਇਡੀਅਮ ਫਰੇਜ਼ਸ ਦੇਖਿਆ ਪਲੱਸ 6 ਆਪਾਂ ਆਪਣੇ ਸਿਨੋਨਿਮ ਐਂਟੋਨਿਮ ਜਿਹੜੇ ਡਿਸਕਸ ਕੀਤੇ ਆ ਤਾਂ ਆਈ ਹੋਪ ਤੁਸੀਂ ਪਿਛਲੀਆਂ ਕਲਾਸਿਸ ਨੂੰ ਵੀ ਚੰਗੀ ਤਰ੍ਹਾਂ ਡਿਸਕਸ ਆਪਣੇ ਕੋਲੇ ਅਟੈਂਪਟ ਕੀਤਾ ਹੋਊਗਾ ਤੇ ਤੁਹਾਡੇ ਜਿਹੜੇ ਪਿਛਲੇ ਹੋਣਗੇ ਆਪਣੇ ਵੋਕੈਬਲਰੀ ਕੁਐਸਚਨ ਦੇ ਕੁਐਸਚਨ ਤਾਂ ਉਹ ਵੀ ਤੁਸੀਂ ਚੰਗੀ ਤਰ੍ਹਾਂ ਯਾਦ ਕੀਤੇ ਹੋਣਗੇ ਆਪਾਂ ਟਰਾਈ ਕਰਾਂਗੇ ਇੱਕ ਵਾਰ ਜਦੋਂ ਆਪਣੀਆਂ ਲਗਭਗ ਹੋ ਗਈਆਂ ਕਾਫੀ ਕਲਾਸਿਸ ਇਸ ਤੋਂ ਬਾਅਦ ਆਪਾਂ ਇਕੱਠੀ ਜਿਹੜੀ ਵੋਕੈਬ ਜਦੋਂ ਆਪਣੇ ਅਰਾਊਂਡ 90 to 80 ਵਰਡਸ ਆਪਾਂ ਡਿਸਕਸ ਕਰ ਲਏ ਤਾਂ ਆਪਾਂ ਸਾਰਿਆਂ ਦਾ ਇਕੱਠਿਆਂ ਦਾ ਇੱਕ ਟੈਸਟ ਬਣਾਵਾਂਗੇ ਜਿਹੜਾ ਕਿ ਤੁਹਾਨੂੰ ਪ੍ਰੋਵਾਈਡ ਕੀਤਾ ਜਾਵੇਗਾ ਜੋ ਕਿ ਤੁਸੀਂ ਸੋਲਵ ਕਰਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਕਿੰਨੀ ਕੁ ਵੋਕੈਬ ਹੈ ਜਿਹੜੀ ਉਹ ਯਾਦ ਹੋਈ ਹੈ ਹਾਂਜੀ ਤਾਂ ਆਪਾਂ ਜਿਹੜੇ ਅੱਜ 12 ਵਰਡ ਤਿਆਰ ਕੀਤੇ ਤੁਹਾਡਾ ਇਹ ਵਰਕ ਹੈ ਕਿ ਤੁਸੀਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਯਾਦ ਕਰ ਲੈਣਾ ਹੈ ਐਤੀ ਆਪਾਂ ਦੀ ਕਲਾਸ ਜਿਹੜੀ ਓਵਰ ਕਰਦੇ ਹਾਂ ਮਿਲਾਂਗੇ ਨੈਕਸਟ ਸੈਸ਼ਨ ਦੇ ਵਿੱਚ ਥੈਂਕ ਯੂ